सत श्री अकाल। तुसी पंजाबिस्तान टीवी देख रहे हो। मैं तुहाडे नाल सुखविंदर सिंह। मेरे नाल उगे सिख चिंतक प्रोफैसर बलविंदरपाल सिंह मौजूद ने। गलबात असीं करांगे कि श्री अकाल तखत साहब की खुद मुख्तियारी जां आज़ादी नूं लैके पिछले कुछ समय तो जिवें आपां देख रहे हैं अकाल तखत साहब तो जिस तरह के फैसले आउंदे ने, सियासी गलबा किवें भारू है। मौजूदा कार्यकारी जथेदार ਗਿਆਨੀ हरप्रीत सिंह तो बड़ियां आसां सीगियां ਗਿਆਨੀ गुरबचन सिंह जी के जाण तो बाद। आसा ਇਹ ਸੀ कि शायद ਉਹ ਸ੍ਰੀ ਅਕਾਲ ਤਖਤ ਸਾਹਿਬ ਤੋਂ ਕੁਝ ਇਹੋ ਜਿਹੇ ਹੁਕਮਨਾਮੇ ਜਾਂ ਇਹੋ ਜਿਹਾ ਸੰਵਾਦ ਕੋਈ ਛੇੜਨਗੇ ਜਿਹਦੇ ਨਾਲ ਸਿੱਖਾਂ ਦੇ ਵਿੱਚ ਇੱਕ ਇਹੋ ਜਿਹੀ ਜਿਹੜੀ ਚਿਣਕ ਜਾਏਗੀ, ਇੱਕ ਇਹੋ ਜਿਹੀ ਚਰਚਾ ਛਿੜੇਗੀ ਕਿ ਅਕਾਲ ਤਖਤ ਸਾਹਿਬ ਹੁਣ ਸਿਆਸੀ ਤੌਰ ਦੇ ਉੱਤੇ ਕੋਈ ਵੀ ਇੱਥੇ ਕੋਈ ਦਖਲਅੰਦਾਜ਼ੀ ਨਹੀਂ, ਇੱਕ ਆਜ਼ਾਦ ਸਿੱਖਾਂ ਦੀ ਗੱਲ ਕੀਤੀ ਜਾਏਗੀ। ਪਰ ਕੁਝ ਸਮੇਂ ਤੋਂ ਇਹੋ ਜਿਹੇ ਫੈਸਲੇ ਜਿਹੜੇ ਲਏ ਗਏ ਉਹਨਾਂ ਦੇ ਉੱਤੇ ਚਰਚਾਵਾਂ ਬਹੁਤ ਹੋ ਰਹੀਆਂ ਨੇ ਕਿ ਆਖਿਰਕਾਰ ਜਥੇਦਾਰ ਸਾਹਿਬ ਜਾਂ ਸਕੱਤਰੇਤ ਵਾਲੇ ਕਿਸ ਪਾਸੇ ਵੱਲ ਨੂੰ ਜਾ ਰਹੇ ਨੇ, ਇਹ ਨਿਗਾਰ ਕਿਉਂ ਆ ਰਿਹਾ, ਇਹਦਾ ਕਾਰਨ ਕੀ ਹੈ। ਕਿਉਂਕਿ ਅਗਲੇ ਸਮੇਂ ਦੇ ਵਿੱਚ ਜਦੋਂ ਆਪਾਂ ਸਿੱਖ ਸਿਆਸਤ ਵੱਲ ਵੀ ਦੇਖਦੇ ਹਾਂ, ਜਦੋਂ ਅਕਾਲੀ ਦਲ ਵੱਲ ਦੇਖਦੇ ਹਾਂ ਤਾਂ ਸ੍ਰੀ ਅਕਾਲ ਤਖਤ ਸਾਹਿਬ ਦਾ ਸ਼੍ਰੋਮਣੀ ਕਮੇਟੀ ਦੀ ਭੂਮਿਕਾ ਜਿਹੜੀ ਹੈ ਉਹ ਵੀ ਵੱਡੇ ਤਰ੍ਹਾਂ ਦੇ ਸਵਾਲ ਖੜੇ ਕਰਦੀ, ਕਿਉਂਕਿ 2022 ਦਾ ਇਲੈਕਸ਼ਨ ਵੀ ਨੇੜੇ ਆ। ਉਹਦੇ ਵਿੱਚ ਵੀ ਇਹਦੀ ਭੂਮਿਕਾ ਨੂੰ ਦੇਖਿਆ ਜਾਏਗਾ। ਜਿਵੇਂ ਹੁਣ ਇਹਨਾਂ ਨੇ ਪਿੱਛੇ ਜੇ ਫੈਸਲਾ ਲਿਆ ਕਿ RSS ਵਾਲੇ ਜਿਹੜੇ ਨੇ ਉਹ ਸਿੱਖ ਪੰਥ ਦੇ ਵਿੱਚ ਦਖਲਅੰਦਾਜ਼ੀਆਂ ਕਰ ਰਹੇ ਨੇ। ਪਹਿਲਾਂ ਵੀ ਫੈਸਲਾ ਰਿਹਾ ਇਹ ਵਿਦਾਂਤੀ ਸਾਹਿਬ ਦੇ ਵੇਲੇ, ਪਰ ਹੁਣ ਇਹ ਫੈਸਲਾ ਕਿਉਂ ਲਿਆ ਗਿਆ, ਇਹ ਪਹਿਲਾਂ ਕਿਉਂ ਨਹੀਂ? ਜਿਹੜੀਆਂ ਆਪਣੇ ਅੰਦਰ ਗਲਤੀਆਂ ਨੇ ਉਹਨਾਂ ਨੂੰ ਕਿਉਂ ਨਹੀਂ ਪਛਾਣਿਆ ਜਾ ਰਿਹਾ, ਉਹਨਾਂ ਨੂੰ ਸਮਝਿਆ ਕਿਉਂ ਨਹੀਂ ਜਾ ਰਿਹਾ? ਜਦੋਂ ਵੱਡੇ ਵੱਡੇ ਬੁੱਧੀਜੀਵੀ ਉੱਠ ਕੇ ਇਹਨਾਂ ਨੂੰ ਸਵਾਲ ਕਰਦੇ ਨੇ ਤਾਂ ਉਹਨਾਂ ਦੇ ਸਵਾਲਾਂ ਦਾ ਜਵਾਬ ਨਹੀਂ ਦਿੱਤਾ ਜਾਂਦਾ, ਟਾਲ ਦਿੱਤਾ ਜਾਂਦਾ ਹੈ, ਜਾਂ ਏਦਾਂ ਕਹਿ ਲਓ ਕਿ ਠੰਡੇ ਬਸਤੇ 'ਚ ਪਾ ਦਿੱਤਾ ਜਾਂਦਾ। ਕੋਈ ਮਸਲਾ ਇਹੋ ਜਿਹਾ ਆਉਂਦਾ ਤਾਂ ਕਮੇਟੀ ਬਣਾ ਦਿੱਤੀ ਜਾਂਦੀ ਹੈ, ਪਰ ਉਹ ਕਮੇਟੀ ਜਿਵੇਂ ਪੰਜਾਬੀ 'ਚ ਕਹਿੰਦੇ ਆ ਕਿ ਕੰਮ ਮਿੱਟੀ ਵਾਲਾ ਕੰਮ, ਕੁਝ ਸਮਝ ਜਾ ਨਹੀਂ ਆ ਰਿਹਾ। ਇਸ ਨੂੰ ਸਮਝਣ ਦੀ ਕੋਸ਼ਿਸ਼ ਕਰਾਂਗੇ ਕਿਉਂਕਿ ਪਿਛਲੇ ਦਿਨ ਇੱਕ ਹੋਰ ਫੈਸਲਾ ਆਇਆ ਚਰਨਜੀਤ ਸਿੰਘ ਚੱਢਾ ਦਾ, ਚੀਫ ਖਾਲਸਾ ਦੀਵਾਨ ਦਾ ਜਿਹੜਾ ਪ੍ਰਧਾਨ ਰਿਹਾ, ਉਹਦੇ ਮਾਮਲੇ ਦੇ ਵਿੱਚ ਅਸ਼ਲੀਲਤਾ ਦੀ ਵੀਡੀਓ ਵਾਇਰਲ ਹੋਈ। ਇਸ ਕਰਕੇ ਸਵਾਲ ਬਹੁਤ ਨੇ। ਇਸ ਸਭ ਉੱਤੇ ਅਸੀਂ ਪਿਛੋਕੜ ਤੋਂ ਸ਼ੁਰੂਆਤ ਕਰਕੇ ਥੋੜਾ ਇਹਨੂੰ ਵਿਚਾਰਾਂਗੇ। ਪ੍ਰੋਫੈਸਰ ਸਾਹਿਬ ਤੁਹਾਡਾ ਸਵਾਗਤ ਹੈ ਪੰਜਾਬਿਸਤਾਨ ਟੀਵੀ ਤੇ। ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ। ਪ੍ਰੋਫੈਸਰ ਸਾਹਿਬ, ਜਦੋਂ ਆਪਾਂ ਸ੍ਰੀ ਅਕਾਲ ਤਖਤ ਸਾਹਿਬ ਦੀ ਖੁਦ ਮੁਖਤਿਆਰੀ ਤੇ ਆਜ਼ਾਦੀ ਦੀ ਗੱਲ ਕਰਦੇ ਆ, ਅੱਜ ਸਾਨੂੰ ਇਹਦੀ ਲੋੜ ਕਿਉਂ ਹੈ? ਇਹ ਕਿਉਂ ਕਹਿਣਾ ਪੈ ਰਿਹਾ ਜਿਹੜਾ ਸਿਰਮੌਰ ਤਖਤ ਸਿੱਖਾਂ ਦਾ ਜਿੱਥੋਂ ਹੁਕਮਨਾਮੇ ਜਾਰੀ ਹੁੰਦੇ ਨੇ, ਜਿਹਨੂੰ ਸਾਰਾ ਪੰਥ ਜਿਹੜਾ ਈਵਨ ਕੱਲਾ ਸਿੱਖ ਪੰਥ ਹੀ ਨਹੀਂ, ਪੂਰਾ ਜਿਹੜੀ ਦੁਨੀਆ ਭਰ ਦੇ ਵਿੱਚ ਵਸਦੇ ਜਿਹੜੇ ਸ਼ਰਧਾ ਰੱਖਦੇ ਨੇ ਗੁਰੂ ਘਰ ਤੇ, ਉਹ ਸੀਸ ਝੁਕਾਉਂਦੇ ਨੇ ਕਿ ਉੱਥੋਂ ਦਾ ਹੁਕਮਨਾਮਾ ਸਾਨੂੰ ਮੰਨਣਾ ਪੈਣਾ। ਪਰ ਇਹ ਕਦੋਂ ਤੋਂ, ਥੋੜਾ ਇਹ ਦੱਸੋ ਕਿ ਸਿਆਸੀ ਗਲਬਾ ਕਦੋਂ ਤੋਂ ਭਾਰੂ ਹੋ ਗਿਆ ਕਿ ਫੈਸਲੇ ਜਿਹੜੇ ਨੇ ਉਹ ਸਿਆਸੀ ਹੋਣ ਲੱਗ ਗਏ ਉੱਥੋਂ? ਜੇਕਰ ਅਸੀਂ ਸਾਰਾ ਇਤਿਹਾਸ ਵਿਚਾਰੀਏ, ਇਤਿਹਾਸਕ ਪਿਛੋਕੜ ਵਿਚਾਰੀਏ, ਤਾਂ ਬੰਦਾ ਸਿੰਘ ਬਹਾਦਰ ਦੀ ਸ਼ਹਾਦਤ ਤੋਂ ਬਾਅਦ ਅਕਾਲ ਤਖਤ ਸਾਹਿਬ ਦਾ ਰੁਤਬਾ ਬਹੁਤ ਜ਼ਿਆਦਾ ਵੱਧ ਗਿਆ ਸੀਗਾ। ਤਤ ਖਾਲਸਾ ਔਰ ਬੰਦਈ ਖਾਲਸਾ ਦੀ ਆਪਸ ਵਿੱਚ ਝਗੜੇ, ਔਰ ਤਤ ਖਾਲਸੇ ਦਾ ਮਿਟ ਜਾਣਾ, ਔਰ ਉਹਦੀ ਥਾਂ ਤੇ ਦਲ ਖਾਲਸੇ ਦਾ ਪ੍ਰਗਟ ਹੋਣਾ, ਔਰ ਦਲ ਖਾਲਸੇ ਦੀ ਅਗਵਾਈ ਭਾਈ ਕਪੂਰ ਸਿੰਘ ਦੇ ਰਾਹੀਂ ਜਿਹੜੀ ਅੱਗੇ ਆਣੀ, ਔਰ ਉਸ ਦੇ ਦੌਰਾਨ ਪੰਜ ਸਿੰਘਾਂ ਦੁਆਰਾ ਫੈਸਲਾ ਲਿਆ ਜਾਣਾ, ਪੰਜ ਸਿੰਘਾਂ ਦੁਆਰਾ ਜਥੇਦਾਰ ਚੁਣਿਆ ਜਾਣਾ। ਉਸ ਨੂੰ ਜਿਹੜਾ ਜਥੇ ਦਾ ਮੁਖੀ ਹੁੰਦਾ ਸੀ ਉਹੀ ਅਕਾਲ ਤਖਤ ਦੇ ਜਥੇ ਦੀ ਅਗਵਾਈ, ਅਕਾਲ ਤਖਤ ਦੀ ਪੈਰਵਾਈ ਕਰਦਾ ਸੀਗਾ ਕਿ ਉਸਨੇ ਕੀ ਫੈਸਲਾ ਲੈਣਾ। ਉਹ ਸੰਗਤ ਦੀ ਮਨਜ਼ੂਰੀ ਨਾਲ ਫੈਸਲੇ ਲਏ ਜਾਂਦੇ ਸਨ। ਇੱਕ ਇਕੱਠ ਬੁਲਾਇਆ ਜਾਂਦਾ ਸੀ ਜਿਹਦਾ ਨਾਮ ਸਰਬਤ ਖਾਲਸਾ ਰੱਖਿਆ ਜਾਂਦਾ ਸੀ। ਉਹ ਜਮਹੂਰੀਅਤ ਦਾ ਸਭ ਤੋਂ ਵੱਡਾ ਪ੍ਰਗਟਾਅ ਸੀ। ਔਰ ਉਸ ਸਮੇਂ ਦੌਰਾਨ ਜਮਹੂਰੀਅਤ ਦੀ ਸਿਰਜਣਾ ਉਸ 18ਵੀਂ ਸਦੀ ਦੇ ਦੌਰਾਨ ਜਗੀਰੂ ਸਿਸਟਮ ਦੇ ਦੌਰਾਨ ਹੋਣੀ ਬਹੁਤ ਵੱਡੀ ਗੱਲ ਸੀਗੀ। ਔਰ ਸਿੱਖਾਂ ਨੇ ਇਸ ਬਾਰੇ ਪਹਿਲ ਕਦਮੀ ਕੀਤੀ। ਮਹਾਰਾਜਾ ਰਣਜੀਤ ਸਿੰਘ ਵੇਲੇ ਵੀ ਅਕਾਲ ਤਖਤ ਦਾ ਸੰਕਲਪ ਨਹੀਂ ਖਤਮ ਹੋਇਆ ਸੀ। ਅਕਾਲੀ ਫੂਲਾ ਸਿੰਘ ਦੇ ਦੌਰਾਨ ਵੀ ਇਹ ਜਿਹੜਾ ਖਾਲਸੇ ਦੀ ਜਿਹੜੀ ਅਕਾਲ ਤਖਤ ਦਾ ਜਿਹੜਾ ਖੁਦ ਮੁਖਤਿਆਰੀ ਦਾ ਸੰਕਲਪ ਹੈ ਉਹ ਜਾਰੀ ਰਿਹਾ। ਭਾਵੇਂ ਸਰਬਤ ਖਾਲਸਾ ਦੀ ਉਸ ਸਮੇਂ ਲੋੜ ਨਹੀਂ ਸੀ, ਉਹ ਉਸ ਸਮੇਂ ਨਹੀਂ ਜਿਹੜੇ ਸਾਨੂੰ ਬੁਲਾਏ ਗਏ, ਪਰ ਅਕਾਲੀ ਫੂਲਾ ਸਿੰਘ ਪੰਥ ਦੇ ਹਿੱਤਾਂ ਦੇ ਵਿੱਚ ਉਹ ਸਟੈਂਡ ਲੈਂਦੇ ਸਨ। ਜਦੋਂ ਖਾਲਸਾ ਰਾਜ ਦਾ ਖਾਤਮਾ ਹੋਇਆ ਉਸ ਤੋਂ ਬਾਅਦ ਅੰਗਰੇਜ਼ਾਂ ਦੇ ਰਾਜ ਦੌਰਾਨ ਅਕਾਲ ਤਖਤ ਦੇ ਉੱਪਰ ਕਬਜ਼ਾ ਕੀਤਾ ਗਿਆ, ਔਰ ਆਪਣੇ ਹੀ ਜਿਹੜੇ ਵਿਅਕਤੀ ਹੈ ਉਹ ਉਸ ਵਿੱਚ ਥਾਪੇ ਗਏ ਅਕਾਲ ਤਖਤ ਦੇ ਉੱਪਰ, ਜਿਹਦੇ 'ਚ ਬਾਬਾ ਖੇਲ ਸਿੰਘ ਬੇਦੀ ਤੇ ਹੋਰ ਵੀ ਜਿਹੜੇ ਸਨ ਆਪਣੇ ਜਿਹੜੇ ਸਨ ਉਹ ਥਾਪੇ ਗਏ, ਜਿਹਦੇ ਵਿੱਚ ਆਪਣੇ
ਜਨਰਲ ਡਾਇਰ ਨੂੰ ਵੀ ਸਰੋਪਾ ਦਿੱਤਾ ਗਿਆ ਜਦੋਂ ਜਲਿਆਂਵਾਲਾ ਬਾਗ ਹੋਇਆ। ਔਰ ਉਸ ਤੋਂ ਬਾਅਦ ਜਦੋਂ ਸ਼੍ਰੋਮਣੀ ਕਮੇਟੀ ਬਣਦੀ ਹੈ ਉਸਨੇ ਵੀ ਅੰਗਰੇਜ਼ੀ ਰਾਜ ਦੇ ਸਿਧਾਂਤਾਂ ਤੇ ਚੱਲਣਾ ਸ਼ੁਰੂ ਕੀਤਾ ਤੇ ਉਸ ਨੂੰ ਹੀ ਅਪਣਾਇਆ ਉਹਨੇ। ਤੇ ਉਹੀ ਟੋਕਦਾ, ਮੈਨੂੰ ਇੱਕ ਗੱਲ ਸਪਸ਼ਟ ਕਰਕੇ ਜਾਇਓ ਇੱਥੇ ਕਿ ਜਦੋਂ ਆਪਾਂ ਕਹਿੰਦੇ ਹਾਂ ਕਿ ਅੰਗਰੇਜ਼ੀ ਰਾਜ, ਜਦੋਂ ਅੰਗਰੇਜ਼ਾਂ ਦਾ ਰਾਜ ਆਇਆ ਉਹਨਾਂ ਸ਼ਾਸਕਾਂ ਨੇ ਇਹਦੇ ਵਿੱਚ ਦਖਲ ਅੰਦਾਜ਼ੀ ਕੀਤੀ ਸ੍ਰੀ ਅਕਾਲ ਤਖਤ ਸਾਹਿਬ ਵਿੱਚ, ਫਿਰ ਬਾਅਦ ਵਿੱਚ ਸ਼੍ਰੋਮਣੀ ਕਮੇਟੀ ਦੇ ਵਿੱਚ। ਇਹ ਕਾਰਨ ਕੀ ਰਿਹਾ? ਅੰਗਰੇਜ਼ਾਂ ਨੇ ਕਿਉਂ ਦਖਲ ਅੰਦਾਜ਼ੀ ਕੀਤੀ? ਕੀ ਸਾਡੇ ਇੱਥੋਂ ਦੇ ਕੋਈ ਉਹਨਾਂ ਦੇ ਨਾਲ ਮਿਲੀ ਭੁਗਤ ਕਰਕੇ ਉਹਨਾਂ ਦੇ ਨਾਲ ਰਲੇ? ਅੰਗਰੇਜ਼ਾਂ ਨੂੰ ਕੀ ਇੰਟਰਸਟ ਸੀ ਸ੍ਰੀ ਅਕਾਲ ਤਖਤ ਸਾਹਿਬ ਤੇ ਸ਼੍ਰੋਮਣੀ ਕਮੇਟੀ 'ਚ? ਜੇਕਰ ਤੁਸੀਂ ਉਸ ਸਮੇਂ ਦੀਆਂ ਲਾਰਡ ਡਲਹੌਜ਼ੀ ਦੀਆਂ ਚਿੱਠੀਆਂ ਪੜ੍ਹੋ, ਜਦੋਂ ਖਾਲਸਾ ਰਾਜ ਦਾ ਖਾਤਮਾ ਹੁੰਦਾ, ਬੜੀਆਂ ਦਿਲਚਸਪ ਚਿੱਠੀਆਂ ਨੇ। ਉਹ ਕਹਿੰਦੇ ਵੀ ਇਹ ਜਿਹੜੇ ਸਿੱਖ ਜਿਹੜੀ ਕੌਮ ਹੈ ਇਹ ਬੜੀ ਜਿਹੜੀ ਹੈ ਉਹ ਹਿੰਸਕ ਕੌਮ ਹੈ, ਔਰ ਇਹਦੇ ਬਾਰੇ ਬਹੁਤ ਹੀ ਅਪਮਾਨਜਨਕ ਸ਼ਬਦ ਲਿਖੇ ਗਏ ਤੇ ਉਹਨਾਂ ਨੇ ਕਿਹਾ ਵੀ ਇਹਨਾਂ ਉੱਪਰ ਨਜ਼ਰ ਰੱਖਣ ਦੀ ਲੋੜ ਹੈ ਔਰ ਇਹਨਾਂ ਨੂੰ ਧਾਰਮਿਕ ਤੌਰ ਤੇ ਦਬਾਉਣ ਦੀ ਵੀ ਲੋੜ ਹੈ। ਇਸੇ ਕਰਕੇ ਉਦੋਂ ਈਸਾਈਕਰਨ ਵੀ ਸ਼ੁਰੂ ਕਰ ਦਿੱਤਾ ਗਿਆ ਸੀ ਤੇ ਈਸਾਈਕਰਨ ਬਹੁਤ ਤੇਜ਼ੀ ਨਾਲ ਫੈਲਿਆ ਸੀ। ਗਿਆਨੀ ਦਿੱਤ ਸਿੰਘ ਵੇਲੇ ਵੀ ਫੈਲਿਆ ਸੀਗਾ ਔਰ ਲਗਾਤਾਰ ਜਿਹੜੀ ਸਿੱਖ ਧਰਮ ਇਹਦੇ ਬਾਰੇ ਉੱਠਿਆ ਵੀ ਸੀ। ਅੰਗਰੇਜ਼ਾਂ ਨੂੰ ਇਸ ਗੱਲ ਦਾ ਪਤਾ ਸੀ ਕਿ ਅਕਾਲ ਤਖਤ ਤੋਂ ਸ਼ਕਤੀ ਜਿਹੜਾ ਉਹ ਸਾਰਾ ਸਿੱਖ ਪੰਥ ਲੈਂਦਾ ਹੈ, ਸਿੱਖ ਧਰਮ ਇਸ ਦੀ ਅਗਵਾਈ ਵਿੱਚ ਇਕੱਠਾ ਹੁੰਦਾ ਹੈ, ਜਿਹਦੇ ਕਰਕੇ ਇਸ ਨੂੰ ਦਬਾਉਣ ਦੇ ਯਤਨ ਕੀਤੇ ਗਏ। ਔਰ ਉਹ ਕੋਈ ਵੀ ਰਾਜਨੀਤਿਕ ਸ਼ਕਤੀ ਨਹੀਂ ਚਾਹੇਗੀ ਕਿ ਸਿੱਖ ਜਿਹੜੇ ਨੇ ਉਹ ਅਕਾਲ ਤਖਤ ਦੀ ਅਗਵਾਈ ਵਿੱਚ ਆਪਣੇ ਆਪ ਨੂੰ ਸੰਗਠਿਤ ਕਰਨ, ਕਿਉਂਕਿ ਜਿੰਨੇ ਉਹ ਖਿੰਡਰੇ ਰਹਿਣਗੇ ਓਨਾ ਹੀ ਉਹਨਾਂ ਦੀ ਜਿਹੜੀ ਮਜ਼ਬੂਤੀ ਰਹੇਗੀ। ਉਹਨਾਂ ਨੂੰ ਕਿਸੇ ਵੀ ਤਰ੍ਹਾਂ ਜਿਹੜਾ ਹੈ ਉਹ ਮੁਸੀਬਤ ਦਾ ਸਾਹਮਣਾ ਨਹੀਂ ਕਰਨਾ ਪਏਗਾ, ਸੰਕਟ ਦਾ ਸਾਹਮਣਾ ਨਹੀਂ ਕਰਨਾ ਪਏਗਾ। ਜੇਕਰ ਤੁਸੀਂ ਜੂਨ 84 ਦੀਆਂ ਘਟਨਾਵਾਂ ਨੂੰ ਵੀ ਲਵੋ ਤਾਂ ਉਸ ਦੇ ਪਿਛੋਕੜ ਵਿੱਚ ਤੁਸੀਂ ਇਹਨਾਂ ਦੇ ਹਾਲਾਤ ਨੂੰ ਤੁਸੀਂ ਜਾਂਚ ਸਕਦੇ ਹੋ ਕਿ ਅਕਾਲ ਤਖਤ ਦੀ ਸ਼ਕਤੀ ਨੂੰ ਕਿਵੇਂ ਮਿਟਾਉਣ ਦੀ ਕੋਸ਼ਿਸ਼ ਕੀਤੀ ਗਈ। ਤੇ ਇਹ ਬਹੁਤ ਡੂੰਘੀਆਂ ਜਾਣਕਾਰੀਆਂ ਨੇ ਕਿ ਅਕਾਲ ਤਖਤ ਹੀ ਸਿੱਖ ਪੰਥ ਦੀ ਕੇਂਦਰਿਤ ਸ਼ਕਤੀ ਰਿਹਾ ਹੈ। ਔਰ ਜਿਹੜੀ ਫਿਲਾਸਫੀਕਲ ਜਿਹੜੀ ਸਾਡੀ ਸ਼ਕਤੀ ਸੀ ਉਹ ਗੁਰੂ ਗ੍ਰੰਥ ਸਾਹਿਬ ਵਿੱਚ ਸੀ। ਉਹ ਗੁਰੂ ਗ੍ਰੰਥ ਸਾਹਿਬ ਦੀ ਚੇਤਨਾ ਦਾ ਜਿਹੜਾ ਦੁਹਰਾ ਸੀ, ਉਹਨਾਂ ਦੇ ਹੁਕਮਨਾਮੇ ਸਨ, ਉਹ ਅਜੋਕੇ ਪ੍ਰਸੰਗ ਵਿੱਚ, ਅਜੋਕੀ ਰਾਜਨੀਤੀ ਵਿੱਚ ਅਕਾਲ ਤਖਤ ਦੇ ਰਾਹੀਂ ਹੀ ਪੇਸ਼ ਕੀਤੇ ਜਾਂਦੇ ਸਨ। ਕੋਈ ਵੀ ਸਿੱਖ ਫੈਸਲਾ ਲੈਂਦੇ ਸਨ ਉਹ ਗੁਰਬਾਣੀ ਦੀ ਰੋਸ਼ਨੀ ਵਿੱਚ ਲੈਂਦੇ ਸਨ। ਸੋ ਜਿਹੜਾ ਅਕਾਲ ਤਖਤ ਦਾ ਸਿਧਾਂਤ ਸੀ ਉਹ ਗੁਰੂ ਗ੍ਰੰਥ ਸਾਹਿਬ ਤੇ ਪੰਥ ਦੀ ਅਗਵਾਈ ਦੇ ਵਿੱਚ ਹੀ ਪ੍ਰਗਟ ਹੋਇਆ। ਇਹ ਸ਼ਕਤੀਸ਼ਾਲੀ ਸਿਧਾਂਤ ਸੀ, ਇਹ ਇਮਾਰਤ ਨਹੀਂ, ਇਹ ਇੱਕ ਸਾਡਾ ਆਪਣੇ ਪੰਥ ਦੀ ਸ਼ਕਤੀ ਦਾ ਆਧਾਰ ਹੈ। ਬਿਲਕੁਲ ਬਿਲਕੁਲ। ਆਜ਼ਾਦੀ ਤੋਂ ਪਹਿਲਾਂ ਦੀ ਗੱਲ ਤਾਂ ਹੋ ਗਈ, ਆਜ਼ਾਦੀ ਤੋਂ ਬਾਅਦ ਥੋੜਾ ਜਿਹਾ ਦੱਸੋ। 1920 ਚ ਸ਼੍ਰੋਮਣੀ ਕਮੇਟੀ ਬਣਦੀ ਹੈ, ਫਿਰ ਉਹ ਵੀ ਅੰਗਰੇਜ਼ੀ ਸ਼ਾਸਕਾਂ ਦੇ ਤੁਸੀਂ ਕਹਿ ਰਹੇ ਹੋ ਕਿ ਅਧੀਨ ਕਿਤੇ ਨਾ ਕਿਤੇ ਸਿੱਧੇ ਅਸਿੱਧੇ ਢੰਗ ਦੇ ਨਾਲ ਉਹਦੇ ਵਿੱਚ ਵੀ ਦਖਲ ਅੰਦਾਜ਼ੀ ਹੈ। ਆਜ਼ਾਦੀ ਤੋਂ ਬਾਅਦ ਦਾ ਰੋਲ ਕਿਸ ਤਰ੍ਹਾਂ ਦਾ ਰਿਹਾ? ਤੁਸੀਂ ਗੁਰਦੁਆਰਾ ਗਜ਼ਟ ਦੇਖ ਲਓ, ਉਹਦੇ ਵਿੱਚ ਜਾਂ ਇਹਨਾਂ ਦੇ ਜਿਹੜਾ ਕਾਨੂੰਨੀ ਆਧਾਰ ਦੇਖ ਲਓ ਸ਼੍ਰੋਮਣੀ ਕਮੇਟੀ ਦੇ, ਉਹਨਾਂ ਦਾ ਜਿਹੜਾ ਆਧਾਰ ਹੈ ਉਹ ਗੁਰਦੁਆਰਿਆਂ ਦਾ ਪ੍ਰਬੰਧ ਸੰਭਾਲਣਾ ਹੈ, ਨਾ ਕਿ ਅਕਾਲ ਤਖਤ ਦੇ ਜਥੇਦਾਰ ਦੀ ਨਿਯੁਕਤੀ ਕਰਨਾ। ਉਹਨਾਂ ਨੇ ਹੈਡ ਮਿਨਿਸਟਰ ਲਿਖਿਆ। ਹੈਡ ਮਿਨਿਸਟਰ ਦਾ ਮਤਲਬ ਹੈ ਹੈਡ ਗ੍ਰੰਥੀ। ਅਕਾਲ ਤਖਤ ਦਾ ਜਥੇਦਾਰ ਕਦੇ ਵੀ ਹੈਡ ਗ੍ਰੰਥੀ ਨਹੀਂ ਰਿਹਾ, ਉਹ ਪੰਥ ਦਾ ਜਥੇਦਾਰ ਹੈ। ਪੰਥ ਦੇ ਜਥੇਦਾਰ ਦਾ ਜਿਹੜਾ ਚੁਣਨ ਦਾ ਅਧਿਕਾਰ ਹੈ ਉਹ ਸ਼੍ਰੋਮਣੀ ਕਮੇਟੀ ਨੂੰ ਨਹੀਂ ਹੈ। ਉਹ ਹੈਡ ਗ੍ਰੰਥੀ ਚੁਣਦੀ ਹੈ, ਠੀਕ ਗੱਲ ਹੈ, ਕਿਉਂਕਿ ਉਹ ਗੁਰਦੁਆਰੇ ਦਾ ਪ੍ਰਬੰਧ ਕਰਨਾ, ਹੈਡ ਗ੍ਰੰਥੀ ਚੁਣਨੇ ਆ। ਪਰ ਜਿਹੜਾ ਅਕਾਲ ਤਖਤ ਦਾ ਜਥੇਦਾਰ ਹੈ ਉਹ ਕਿਸੇ ਵੀ ਤਰ੍ਹਾਂ ਸ਼੍ਰੋਮਣੀ ਕਮੇਟੀ ਦੇ ਅੰਡਰ ਨਹੀਂ ਆਉਂਦਾ, ਪਰ ਇਹਨਾਂ ਨੇ ਹੈਡ ਗ੍ਰੰਥੀਆਂ ਦੇ ਰਾਹੀਂ ਉਸ ਨੂੰ ਕਾਨੂੰਨੀ ਤੌਰ ਤੇ ਗਲਬਾ ਪਾ ਕੇ ਉਸਨੇ ਇੱਕ ਧੋਖਾ ਦਿੱਤਾ ਹੈ। ਉਸ ਨੂੰ ਸਿੱਖੀ ਦੇ ਵਿੱਚ ਉਸ ਨੂੰ ਕਾਨੂੰਨੀ ਤੌਰ ਤੇ ਵੀ ਚੈਲੰਜ ਨਹੀਂ ਕੀਤਾ ਗਿਆ ਇਸ ਗੱਲ ਤੇ, ਔਰ ਨਾ ਹੀ ਇਸ ਬਾਰੇ ਨਿਯੁਕਤੀ ਦੇ ਆਧਾਰ, ਉਹਦੀ ਕੁਆਲੀਫਿਕੇਸ਼ਨ ਕੀ ਹੋਵੇ ਅਕਾਲ ਤਖਤ ਦੇ ਜਥੇਦਾਰ, ਉਹ ਵੀ ਨਹੀਂ ਮਿੱਥੇ ਗਏ। ਜਥੇਦਾਰ ਵਿਧਾਨਤੀ ਨੇ ਕਿਸੇ ਵੇਲੇ ਕਿਹਾ ਸੀਗਾ ਕਿ ਇਸ ਦੇ ਆਧਾਰ ਮਿੱਥੇ ਜਾਣ, ਜਥੇਦਾਰ ਦੀ ਕੁਆਲੀਫਿਕੇਸ਼ਨ ਕੀ ਹੋਵੇ, ਉਹਦੀ ਏਜ ਕੀ ਹੋਵੇ, ਉਹ ਅਜੇ ਤੱਕ ਨਹੀਂ ਮਿੱਥੇ ਗਏ। ਇਹਦੇ ਬਾਰੇ ਚਰਚਾ ਵੀ ਨਹੀਂ ਹੋਈ, ਕਿਉਂਕਿ ਇਹ ਪੋਲੀਟੀਕਲ ਪਾਰਟੀ ਜੋ ਸ਼੍ਰੋਮਣੀ ਅਕਾਲੀ ਦਲ ਹੈ ਉਸ ਨੂੰ ਭਾਉਂਦਾ ਹੈ ਕਿ ਅਕਾਲ ਤਖਤ ਜਿੰਨਾ ਮਜ਼ਬੂਤ ਹੋਏਗਾ ਉਨੀ ਹੀ ਸਾਡੀ ਜਿਹੜੀ ਹੈ ਉਹ ਸ਼ਕਤੀ ਘਟੇਗੀ। ਇਸ ਕਰਕੇ ਅਕਾਲ ਤਖਤ ਦੇ ਜਥੇਦਾਰ ਨੂੰ ਗੁਲਾਮ ਬਣਾ ਕੇ ਹੀ ਰੱਖਿਆ ਗਿਆ, ਉਸ ਦੀ ਖੁਦ ਮੁਖਤਿਆਰੀ ਪ੍ਰਗਟ ਨਹੀਂ ਹੋਣ ਦਿੱਤੀ ਗਈ। ਜਦੋਂ ਦਾ ਅਕਾਲੀ ਦਲ ਬਣਿਆ ਇਹ ਕੁਝ
ਚੱਲਦਾ ਰਿਹਾ। ਪ੍ਰੋਫੈਸਰ ਸਾਹਿਬ, ਇਹ ਮੌਜੂਦਾ ਅਕਾਲੀਆਂ ਦੀ ਤੁਸੀਂ ਗੱਲ ਕਰ ਰਹੇ ਹੋ, ਜਿਹੜਾ ਬਾਦਲ ਪਰਿਵਾਰ ਤੇ ਜਿਹੜੀ ਉਂਗਲ ਉੱਠਦੀ ਹੈ, ਕਿ ਪਿਛਲੇ ਅਕਾਲੀ ਵੀ ਇਹੀ ਕੁਝ ਕਰਦੇ ਰਹੇ ਨੇ ਕਿ ਅਕਾਲ ਤਖਤ ਸਾਹਿਬ ਦੀ ਸ਼ਕਤੀ ਨੂੰ ਕਮਜ਼ੋਰ ਕਰੋ? ਜੀ ਮੇਰੀਆਂ ਅੱਖਾਂ ਦੇਖੀ ਜਿਹੜੀ ਘਟਨਾਵਾਂ ਨੇ ਉਹ ਜਥੇਦਾਰ ਟੋੜੇ ਤੋਂ ਹੀ ਹੋਂਦ ਵਿੱਚ ਆ ਸਕੀਆਂ ਨੇ। ਜੇ ਇਤਿਹਾਸ ਪੜ੍ਹੀਏ ਅਕਾਲ ਤਖਤ ਬਾਰੇ ਤਾਂ ਤੁਸੀਂ ਪ੍ਰੋਫੈਸਰ ਸੁਖਦਿਆਲ ਸਿੰਘ ਦੀ ਜਿਹੜੀ ਹੈ ਅਕਾਲ ਤਖਤ ਬਾਰੇ ਜਿਹੜੀ ਪੁਸਤਕ ਆਈ ਹੈ ਉਹਦੇ ਵਿੱਚ ਤੁਹਾਨੂੰ ਗੰਭੀਰ ਚਰਚਾ ਮਿਲੇਗੀ ਕਿ ਜਿਹੜਾ ਜਥੇਦਾਰ ਨੂੰ ਅਕਾਲ ਤਖਤ ਦੇ ਜਥੇਦਾਰ ਨੂੰ ਸ਼੍ਰੋਮਣੀ ਕਮੇਟੀ ਦੇ ਅਧੀਨ ਰੱਖਿਆ ਗਿਆ ਤੇ ਸ਼੍ਰੋਮਣੀ ਕਮੇਟੀ ਨੂੰ ਅਕਾਲੀ ਦਲ ਦੇ ਅਧੀਨ ਰੱਖਿਆ ਗਿਆ। ਇਹ ਹਮੇਸ਼ਾ ਹੀ ਚਰਚਾ ਹੁੰਦੀ ਰਹੀ ਕਿ ਅਕਾਲ ਤਖਤ ਦਾ ਜਥੇਦਾਰ ਵੱਡਾ ਹੈ ਕਿ ਸ਼੍ਰੋਮਣੀ ਕਮੇਟੀ ਦਾ ਪ੍ਰਧਾਨ ਵੱਡਾ ਹੈ ਕਿ ਅਕਾਲੀ ਦਲ ਦਾ ਪ੍ਰਧਾਨ ਵੱਡਾ ਹੈ। ਪਰ ਅਸਲ ਵਿੱਚ ਸਭ ਤੋਂ ਮਜ਼ਬੂਤ ਅਕਾਲੀ ਦਲ ਦਾ ਪ੍ਰਧਾਨ ਰਿਹਾ, ਕਿਉਂਕਿ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਦੀ ਨਿਯੁਕਤੀ ਵੀ ਉਹ ਕਰਦਾ ਰਿਹਾ ਔਰ ਸ਼੍ਰੋਮਣੀ ਅਤੇ ਅਕਾਲ ਤਖਤ ਦੇ ਜਥੇਦਾਰ ਦੀ। ਤਾਂ ਟੋੜਾ ਇੱਕ ਬਾਹੂਬਲੀ ਸੀਗਾ ਸ਼੍ਰੋਮਣੀ ਕਮੇਟੀ ਵਿੱਚ, ਇਸ ਕਰਕੇ ਉਹਨੇ ਜਿਹੜਾ ਉਹ ਅਕਾਲੀ ਦਲ ਦੇ ਪ੍ਰਧਾਨ ਦੇ ਉੱਪਰ ਵੀ ਉਹਦਾ ਗਲਬਾ ਰਿਹਾ, ਉਹ ਕਿਸੇ ਵੇਲੇ ਮਜ਼ਬੂਤ ਰਿਹਾ ਅਕਾਲੀ ਦਲ। ਪਰ ਬਾਦਲ ਦੇ ਆਉਣ ਤੋਂ ਬਾਅਦ ਉਸ ਦੀ ਜਿਹੜੀ ਹੈ ਸ਼ਕਤੀ ਜਿਹੜੀ ਹੈ ਉਹ ਖਤਮ ਹੋ ਕੇ ਰਹਿ ਗਈ ਸੀ, ਕਿਉਂਕਿ ਪੋਲੀਟੀਕਲ ਵਿੱਚ ਜਦੋਂ ਰਾਜਨੀਤੀ ਵਿੱਚ ਜਦੋਂ ਨੇਤਾ ਮਜ਼ਬੂਤ ਹੋ ਜਾਂਦਾ ਹੈ ਤਾਂ ਧਰਮ ਦੀ ਜਿਹੜੀ ਹੈ ਬਹੁਤੀ ਜਿਹੜੀ ਸ਼ਕਤੀ ਹੈ ਉਹ ਕਾਇਮ ਨਹੀਂ ਰਹਿ ਸਕਦੀ, ਕਿਉਂਕਿ ਹਮੇਸ਼ਾ ਹੀ ਰਾਜਨੀਤੀ ਹੀ ਧਰਮ ਨੂੰ ਚਲਾਉਂਦੀ ਹੈ। ਇਹ ਸਾਡਾ ਹੀ ਨਹੀਂ ਪੂਰੇ ਵਰਲਡ ਦਾ ਇਹੀ ਇਤਿਹਾਸ ਹੈ ਕਿ ਧਰਮ ਨੂੰ ਕਾਬੂ ਕਰਨਾ ਰਾਜਨੀਤੀ ਦੀ ਇੱਛਾ ਸ਼ਕਤੀ ਹੁੰਦੀ ਹੈ, ਕਿਉਂਕਿ ਉਹ ਸਮਝਦੀ ਹੈ ਕਿ ਧਰਮ ਤੋਂ ਸਾਨੂੰ ਖਤਰਾ ਹੈ, ਧਰਮ ਨੂੰ ਦਬਾ ਕੇ ਰੱਖਣਾ ਚਾਹੀਦਾ, ਆਪਣੇ ਅਧੀਨ ਚਲਾਉਣ ਦੀ ਲੋੜ ਹੈ। ਇਹ ਸਭ ਕੁਝ ਵਰਤਾਰਾ ਹੁਣ ਵੀ ਇਸੇ ਤਰ੍ਹਾਂ ਹੀ ਚੱਲ ਰਿਹਾ ਹੈ। ਪ੍ਰੋਫੈਸਰ ਸਾਹਿਬ, ਇਸ ਗੱਲ ਦਾ ਇਤਿਹਾਸ ਕੀ ਹੈ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਤੇ ਸ੍ਰੀ ਅਕਾਲ ਤਖਤ ਸਾਹਿਬ ਨੇ ਅਕਾਲੀ ਦਲ ਦੇ ਅਧੀਨ ਹੀ ਚੱਲਣਾ ਹੈ ਜਾਂ ਇਹ ਅਕਾਲੀ ਦਲ ਦੇ ਨਾਲ ਰਲੇਵਾਂ ਕਰਕੇ ਚੱਲਦੇ ਰਹਿਣ? ਇਹਦਾ ਕੀ ਆ? ਵੱਖੋ ਵੱਖਰੇ ਨੇ। ਸ਼੍ਰੋਮਣੀ ਅਕਾਲੀ ਦਲ ਤਾਂ ਰਾਜਨੀਤਿਕ ਤੌਰ ਤੇ ਕੰਮ ਕਰਦੀ ਹੈ, ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਧਾਰਮਿਕ ਤੌਰ ਤੇ ਕੰਮ ਕਰਦੀ ਹੈ, ਅਕਾਲ ਤਖਤ ਸਾਹਿਬ ਸਿੱਖਾਂ ਦੀ ਸ਼ਕਤੀ ਦਾ ਪ੍ਰਤੀਕ ਆ। ਫਿਰ ਇਹ ਰਲੇਵਾਂ ਕਿਵੇਂ ਹੋ ਗਿਆ ਇਹਨਾਂ ਦਾ? ਕਿਵੇਂ ਉਹਦੇ ਧਰਮ ਤੇ ਰਾਜਨੀਤੀ ਦਾ ਫਲਸਫਾ ਹੋਰ ਹੈ ਔਰ ਮੀਰੀ ਪੀਰੀ ਦਾ ਸਿਧਾਂਤ ਦਾ ਫਲਸਫਾ ਹੋਰ ਹੈ। ਅਸੀਂ ਦੋਵਾਂ ਨੂੰ ਰਲ ਗੱਡ ਕਰ ਰਿਹਾ ਔਰ ਸਿੱਖ ਪੰਥ ਨੂੰ ਇਸ ਸਮੱਸਿਆ ਦੀ ਸਮਝ ਨਹੀਂ ਪਈ। ਇਸ ਨੂੰ ਰਲ ਗੱਡ ਕੌਣ ਹੈ? ਪਹਿਲਾਂ ਰਾਜਨੀਤੀ ਕਿ ਇਹਨੂੰ ਰਲ ਗੱਡ ਕਰ ਦੋ, ਅਕਾਲੀ ਦਲ ਉਹਦੇ ਉੱਤੇ ਹਾਵੀ ਹੋ ਜੇ। ਜੇ ਧਰਮ ਤੇ ਰਾਜਨੀਤੀ ਦੀ ਗੱਲ ਕਰੀਏ ਤਾਂ ਇਹ ਗੱਲ ਸਮਝ ਆਉਂਦੀ ਹੈ ਕਿ ਧਰਮ ਤੇ ਰਾਜਨੀਤੀ ਦਾ ਆਪਸ ਵਿੱਚ ਕੋਈ ਮੇਲ ਨਹੀਂ ਹੈ। ਹੁਣ ਧਰਮ ਇੱਕ ਸ਼ੁੱਧ ਜਿਹੜੀ ਹੈ ਅਵਸਥਾ ਹੈ ਔਰ ਧਰਮੀ ਲੋਕ ਜ਼ਿਆਦਾਤਰ ਤੇ ਰਾਜਨੀਤੀ ਵਿੱਚ ਜਾਣਾ ਪਸੰਦ ਨਹੀਂ ਕਰਦੇ, ਕਿਉਂਕਿ ਰਾਜਨੀਤੀ ਵਿੱਚ ਸ਼ਰਾਬ, ਭ੍ਰਿਸ਼ਟਾਚਾਰ, ਬਹੁਤ ਕੁਝ ਇਹੋ ਜਿਹਾ ਵਾਪਰਦਾ, ਅਨੈਤਿਕਹੀਨ ਸ਼ਕਤੀਆਂ ਉਹਦੇ ਵਿੱਚ ਕਾਰਜ ਕਰਦੀਆਂ। ਉਹਦੇ ਵਿੱਚ ਤੁਸੀਂ ਦੇਖ ਸਕਦੇ ਹੋ, ਪੜ੍ਹ ਸਕਦੇ ਹੋ ਔਰ ਇਹਦੇ ਬਾਰੇ ਜਾਂਚ ਪੜਤਾਲ ਦੀਆਂ ਜਿਹੜੀਆਂ ਉਹ ਰਿਪੋਰਟਾਂ ਵੀ ਆਈਆਂ ਨੇ ਕਿ ਕਿੰਨਾ ਅਪਰਾਧੀਕਰਨ ਰਾਜਨੀਤੀ ਦਾ ਹੋ ਚੁੱਕਿਆ। ਕੀ ਇਸ ਨੂੰ ਧਰਮ ਦੇ ਨਾਲ ਸੰਬੰਧਿਤ ਕੀਤਾ ਜਾ ਸਕਦਾ? ਨਹੀਂ ਕੀਤਾ ਜਾ ਸਕਦਾ। ਮੀਰੀ ਪੀਰੀ ਦਾ ਸਿਧਾਂਤ ਇਹ ਹੈ ਕਿ ਤੁਸੀਂ ਧਰਮ ਦੀ ਸ਼ਕਤੀ, ਆਦਰਸ਼ਾਂ ਨੂੰ ਉਹ ਰਾਜਨੀਤੀ ਦੇ ਉੱਪਰ ਕਿਵੇਂ ਕਾਇਮ ਰੱਖਣਾ, ਇਹ ਸਿੱਖ ਫਲਸਫਾ ਹੈ ਅਕਾਲ ਤਖਤ ਦਾ, ਕਿ ਅਸੀਂ ਰਾਜਨੀਤੀ ਦੇ ਉੱਪਰ ਆਦਰਸ਼ ਕਿਵੇਂ ਕਾਇਮ ਰੱਖਦੇ ਨੇ, ਰਾਜਨੀਤੀ ਨੂੰ ਆਦਰਸ਼ਾਂ ਵਾਲੀ ਕਿਵੇਂ ਬਣਾਉਣਾ ਹੈ। ਜਿਵੇਂ ਗੁਰੂ ਅਰਜਨ ਦੇਵ ਜੀ ਇੱਕ ਆਪਣੀ ਬਾਣੀ ਦੇ ਵਿੱਚ ਲਿਖਦੇ ਨੇ, ਹੁਣ ਹੁਕਮ ਹੋਆ ਮਿਹਰਬਾਨ ਕਾ ਤੈ ਨਾ ਕਿਸੇ ਰਜਾਨ ਕਾ, ਸਭ ਸੁਖਾਲੀ ਗੁਠੀਆ ਇਹ ਹੋਆ ਹਲੇਮੀ ਰਾਜਿਓ। ਉਹਨਾਂ ਦੀ ਰਾਜਨੀਤੀ ਇਹ ਹੈ ਕਿ ਹਲੇਮੀ ਰਾਜ ਦੀ ਲੋੜ ਹੈ, ਇਹੋ ਜਿਹੇ ਰਾਜ ਦੀ ਲੋੜ ਨਹੀਂ ਜੋ ਸੰਸਾਰੀ ਰਾਜ ਹੈ। ਸੰਸਾਰੀ ਰਾਜ ਵਿੱਚ ਪਬਲਿਕ ਨੂੰ ਪਰੇਸ਼ਾਨ ਕੀਤਾ ਜਾਂਦਾ ਹੈ, ਰਾਜਾ ਹਲੇਮੀ ਵਾਲਾ ਨਹੀਂ ਹੁੰਦਾ, ਰਾਜਾ ਜਿਹੜਾ ਲੋਕਾਂ ਤੇ ਜ਼ੁਲਮ ਕਰਦਾ ਹੈ। ਸਾਨੂੰ ਅਜਿਹੇ ਰਾਜੇ ਦੀ ਲੋੜ ਹੈ ਜੋ ਅਕਾਲ ਪੁਰਖ ਵਰਗਾ ਹੋਵੇ, ਜਿਹੜਾ ਸਭ ਦੇ ਨਾਲ ਇੱਕੋ ਜਿਹਾ ਇਨਸਾਫ ਕਰ ਸਕਦਾ ਹੋਵੇ ਔਰ ਜਿਹਦੇ ਵਿੱਚ ਪਬਲਿਕ ਜਿਹੜੀ ਹੈ ਖੁਸ਼ ਰਹਿ ਸਕਦੀ ਹੋਵੇ। ਅਸਲ ਵਿੱਚ ਮੀਰੀ ਪੀਰੀ ਦਾ ਸਿਧਾਂਤ ਵੀ ਇਹ ਕੁਝ ਕਹਿੰਦਾ ਹੈ, ਜਿਸ ਨੂੰ ਅਕਾਲੀ ਦਲ ਨੇ ਬਹੁਤ ਹੀ ਬਾਦਲ ਦੇ ਵੇਲੇ ਬਹੁਤ ਹੀ ਵੱਡੇ ਪੱਧਰ ਤੇ ਇਸ ਨੂੰ ਧਰਮ ਤੇ ਰਾਜਨੀਤੀ ਨੂੰ ਇਕੱਠਿਆਂ ਕਰਕੇ ਇਸ ਵਰਤਾਂਤ ਨੂੰ ਪੇਸ਼ ਕੀਤਾ ਗਿਆ, ਜਿਸ ਕਰਕੇ ਸਿੱਖ ਇਹ ਗੱਲ ਕਹਿਣ ਲੱਗੇ ਕਿ ਜਿਹੜਾ ਅਕਾਲ ਤਖਤ ਹੈ ਉਹ ਪੰਥ ਦੀ ਸ਼ਾਨ ਹੈ, ਪਰ ਉਸ ਨੂੰ ਇਸ ਗੱਲ ਦਾ ਪਤਾ ਨਹੀਂ ਲੱਗਿਆ ਕਿ ਪੰਥ ਦੀ ਸ਼ਾਨ ਕਿਵੇਂ ਖੋਈ ਗਈ ਹੈ, ਕਿਵੇਂ ਗੁਆਚ ਚੁੱਕੀ ਹੈ। ਔਰ ਇਸ ਦਾ ਜ਼ਿੰਮੇਵਾਰ ਬਿਲਕੁਲ ਬਿਲਕੁਲ ਯਕੀਨ ਤੇ ਭਰੋਸਗੀ ਜਿਹੜੀ ਹੈ ਉਦੋਂ ਹੀ ਵੱਜਦੀ ਹੈ ਪ੍ਰੋਫੈਸਰ ਸਾਹਿਬ, ਜਦੋਂ ਜਿਹੜੀ ਨੀਅਤ ਤੇ ਨੀਤੀ ਸਾਫ਼ ਹੋਵੇ। ਜਦੋਂ ਆਪਾਂ ਦੇਖਦੇ ਹਾਂ ਕਿ
ਅਕਾਲ ਤਖਤ ਸਾਹਿਬ ਜਾਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਜਾਂ ਅਕਾਲੀ ਦਲ ਦੇ ਨੁਮਾਇੰਦੇ ਕਿਤੇ ਨਾ ਕਿਤੇ ਸਾਨੂੰ ਡੇਰਿਆਂ ਦੇ ਵਿੱਚ ਜਿਵੇਂ ਆਪਾਂ ਦੇਖਿਆ ਕਿ ਡੇਰਾ ਸਿਰਸਾ ਰਾਮ ਰਹੀਮ ਦੇ ਪੈਰਾਂ ਵਿੱਚ ਪੈਂਦੇ ਦਿਖੇ, ਉੱਥੇ ਜਾ ਕੇ ਵੋਟਾਂ ਮੰਗਦੇ ਦਿਖੇ, ਤਾਂ ਇੱਕ ਵੱਡੀ ਢਾਹ ਲੱਗੀ। ਇਹਨੂੰ ਕਿੱਦਾਂ ਦੇਖਦੇ ਹੋ ਕਿ ਇਸ ਚੀਜ਼ ਨੂੰ ਵੀ ਲੋਕਾਂ ਦੀਆਂ ਭਾਵਨਾਵਾਂ ਦੇ ਨਾਲ ਖਿਲਵਾੜ ਕੀਤਾ ਗਿਆ? ਬਾਅਦ ਵਿੱਚ ਭਾਵੇਂ ਮਾਫੀਆਂ ਮੰਗਦੇ ਫਿਰੇ, ਉੱਥੋਂ ਆਪ ਹੀ ਜਿਵੇਂ ਕਹਿੰਦੇ ਨੇ ਕਿ ਆਪੇ ਮੈਂ ਰੱਜੀ ਪੁੱਜੀ, ਆਪੇ ਮੇਰੇ ਬੱਚੇ ਜੀਣ, ਆਪ ਹੀ ਉੱਥੇ ਸੱਦ ਕੇ ਫਿਰ ਉਹਨਾਂ ਤੋਂ ਮਾਫੀ ਦੇ ਦਿੱਤੀ। ਪਰ ਮਤਲਬ ਕਿ ਇਹ ਸਾਰੇ ਕੁਝ ਨੂੰ ਢਾਹ ਲਾਉਣ ਦੇ ਲਈ ਇਹ ਨਹੀਂ ਸੋਚਿਆ ਗਿਆ ਕਿ ਇਹਦੇ ਨਾਲ ਸਿੱਖੀ ਨੂੰ ਕਿੰਨੀ ਵੱਡੀ ਢਾਹ ਲੱਗਦੀ ਹੈ। ਪੂਰੇ ਇੰਟਰਨੈਸ਼ਨਲ ਲੈਵਲ ਦੇ ਉੱਤੇ ਜਦੋਂ ਅਸੀਂ ਦੇਖਦੇ ਹਾਂ ਦੁਨੀਆ ਭਰ ਦੇ ਵਿੱਚ ਇੱਕ ਪਾਸੇ ਸਿੱਖਾਂ ਦੀਆਂ ਤਾਰੀਫਾਂ ਹੁੰਦੀਆਂ ਤੇ ਦੂਜੇ ਪਾਸੇ ਜਦੋਂ ਅਸੀਂ ਇਸ ਪਾਸੇ ਲਾਉਂਦੇ ਹਾਂ ਸ਼੍ਰੋਮਣੀ ਕਮੇਟੀ ਜਾਂ ਅਕਾਲ ਤਖਤ ਸਾਹਿਬ ਦੇ ਫੈਸਲੇ ਜਾਂ ਅਕਾਲੀ ਦਲ ਦੀ ਪੰਥਕ ਸੋਚ ਜਿਹੜੀ ਆ ਉਹ ਖਿੰਡਰੀ ਪੁੰਡਰੀ ਨਜ਼ਰ ਆਉਂਦੀ ਆ, ਤਾਂ ਇਸ ਸਭ ਦੇ ਵਿਚਾਲੇ ਇਹਨੂੰ ਕਿੱਦਾਂ ਦੇਖਦੇ ਹੋ ਕਿ ਇਸ ਤਸਵੀਰ ਨੂੰ ਧੁੰਦਲਾ ਕਿਵੇਂ ਕੀਤਾ ਗਿਆ? ਜਿਹੜੀ ਸ਼੍ਰੋਮਣੀ ਅਕਾਲੀ ਦਲ ਹੈ ਉਹ ਇਹ ਚਾਹੁੰਦਾ ਸੀਗਾ ਕਿ ਮੇਰੀ ਜਿਹੜੀ ਹੈ ਸੱਤਾ ਤੇ ਕਬਜ਼ਾ ਰਵੇ, ਮੇਰੀ ਕੁਰਸੀ ਜਿਹੜੀ ਹੈ ਕਾਇਮ ਰਹੇ। ਰਾਜਨੀਤੀਵਾਨਾਂ ਨੂੰ ਪੰਥ ਤੇ ਧਰਮ ਬਾਰੇ ਕੋਈ ਬਹੁਤੀ ਜਿਹੜੀ ਹੈ ਨਾ ਜਾਣਕਾਰੀ ਹੁੰਦੀ ਹੈ, ਔਰ ਜੇ ਜਾਣਕਾਰੀ ਵੀ ਹੁੰਦੀ ਹੈ ਉਹ ਉਸ ਨੂੰ ਦਬਾ ਕੇ ਰੱਖਣਾ ਚਾਹੁੰਦੇ ਨੇ ਕਿ ਇਹ ਸ਼ਕਤੀ ਉਭਰਨੀ ਨਹੀਂ ਚਾਹੀਦੀ। ਇਸ ਕਰਕੇ ਉਹਨਾਂ ਦਾ ਧਰਮ ਵਿੱਚ ਯਕੀਨ ਨਹੀਂ ਹੁੰਦਾ ਤੇ ਅਸੀਂ ਉਹਨਾਂ ਨੂੰ ਧਰਮੀ ਵੀ ਨਹੀਂ ਆਖ ਸਕਦੇ। ਧਰਮੀ ਦਾ ਆਧਾਰ ਇਹ ਹੁੰਦਾ ਹੈ ਕਿ ਤੁਹਾਡਾ ਅਕਾਲ ਪੁਰਖ ਤੇ ਵਿਸ਼ਵਾਸ, ਤੁਹਾਡਾ ਆਪਣੀ ਕੌਮੀਅਤ ਪ੍ਰਤੀ ਪ੍ਰਤੀਬੱਧਤਾ। ਇਹ ਦੋਵੇਂ ਗੱਲਾਂ ਅਜੋਕੇ ਅਕਾਲੀਆਂ ਵਿੱਚ ਮੌਜੂਦ ਨਹੀਂ ਸਨ। ਜਿਉਂ ਅਕਾਲੀ ਦਲ ਦਾ ਇਤਿਹਾਸ ਅੱਗੇ ਵੱਧਦਾ ਗਿਆ ਤਿਉਂ ਕਮਜ਼ੋਰੀਆਂ ਬਹੁਤ ਜ਼ਿਆਦਾ ਆਉਂਦੀਆਂ ਗਈਆਂ। ਮਾਸਟਰ ਤਾਰਾ ਸਿੰਘ ਵੱਲ ਜੇ ਤੱਕੀਏ ਤਾਂ 47 ਵੇਲੇ ਮਾਸਟਰ ਤਾਰਾ ਸਿੰਘ ਦਾ ਕਿਰਦਾਰ ਹੋਰ ਕਿਸਮ ਦਾ ਸੀ, ਜਿਹਦੇ ਬਾਰੇ ਅਸੀਂ ਕੁਐਸਚਨ ਮਾਰਕ ਵੀ ਕਰਦੇ ਰਹੇ ਕਿ ਇਹ ਗਾਂਧੀਵਾਦੀਆਂ ਦੇ ਨਾਲ, ਗਾਂਧੀ ਦੇ ਨਾਲ ਇਹਦਾ ਚੰਗਾ ਤਾਲਮੇਲ ਸੀ, ਇਹ ਹਿੰਦੂ ਲੀਡਰਸ਼ਿਪ ਦੇ ਨਾਲ ਜਿਹੜਾ ਸੀਗਾ ਰਲਿਆ ਮਿਲਿਆ ਸੀ। ਪਰ ਉਹ ਸਭ ਕੁਝ ਦੇ ਬਾਵਜੂਦ ਜਦੋਂ ਸਿੱਖ ਹੋਮਲੈਂਡ ਦੇ ਕਰਨ ਦਾ ਫੈਸਲਾ ਵੀ ਆਇਆ ਤਾਂ ਉਸ ਬੰਦੇ 'ਚ ਮਾਸਟਰ ਤਾਰਾ ਸਿੰਘ ਠੋਸ ਸਟੈਂਡ ਨਹੀਂ ਲੈ ਸਕੇ। ਜਿਨ੍ਹਾਂ ਨੂੰ ਉਹ ਕਹਿੰਦੇ ਨੇ ਕਿ ਤੂੰ ਦੱਸ ਸਾਨੂੰ ਦੇਵੇਂਗਾ ਕੀ, ਸਾਡਾ ਆਧਾਰ ਕੀ ਹੋਏਗਾ। ਔਰ ਜਿਨ੍ਹਾਂ ਜਿਹੜੀ ਹੈ ਉਹ ਅਕਾਲੀਆਂ ਦੀ ਜਿਹੜੀ ਹੈ ਉਹ ਲਿਖ ਕੇ ਨਹੀਂ ਦਿੰਦਾ। ਅੰਗਰੇਜ਼ ਕਹਿੰਦੇ ਨੇ ਕਿ ਇੰਗਲੈਂਡ ਵਿੱਚ ਜਿਹੜੀ ਮੀਟਿੰਗ ਹੁੰਦੀ ਬਲਦੇਵ ਸਿੰਘ ਨਾਲ, ਅੰਗਰੇਜ਼ ਕਹਿੰਦੇ ਨੇ ਕਿ ਤੁਸੀਂ ਕੁਝ ਠਹਿਰ ਜਾਓ, ਅਸੀਂ ਤੁਹਾਡਾ ਸਮਝੌਤਾ ਕਰਾ ਲੈਂਦੇ ਹਾਂ। ਨਹਿਰੂ ਦੇ ਨਾਲ ਜਿਹੜਾ ਬਲਦੇਵ ਸਿੰਘ ਹੈ ਉਹ ਜਹਾਜ਼ 'ਚ ਬੈਠ ਕੇ ਚੱਲ ਜਾਂਦਾ ਤੇ ਉਸ ਤੋਂ ਬਾਅਦ ਉਹ ਅੰਗਰੇਜ਼ਾਂ ਨੂੰ ਇਹ ਗੱਲ ਕਹਿੰਦਾ ਕਿ ਸਾਡੀ ਜਿਹੜੀ ਹੈ ਨਹਿਰੂ ਗਾਂਧੀ ਦੇ ਨਾਲ ਗੱਲ ਸਿਰੇ ਚੜ ਚੁੱਕੀ ਹੈ, ਹੁਣ ਤੁਹਾਡੀ ਸਾਨੂੰ ਲੋੜ ਨਹੀਂ ਹੈ। ਤੇ ਉੱਥੇ ਹੀ ਜਿਹੜਾ ਮਾਸਟਰ ਤਾਰਾ ਸਿੰਘ ਦੀ ਭੂਮਿਕਾ ਕੁਐਸਚਨ ਮਾਰਕ ਹੋ ਜਾਂਦੀ ਹੈ। ਪਰ ਜਦੋਂ 47 ਤੋਂ ਬਾਅਦ ਗੱਲ ਵਾਪਰਦੀ ਹੈ ਤਾਂ ਮਾਸਟਰ ਤਾਰਾ ਸਿੰਘ ਮਜ਼ਬੂਤੀ ਨਾਲ ਪੰਥ ਦੀ ਅਗਵਾਈ ਕਰਦੇ ਨੇ। ਉਹਨਾਂ ਦੀ ਅਗਵਾਈ ਦੇ ਵਿੱਚ ਵੀ ਕੋਈ ਸ਼ੱਕ ਨਹੀਂ ਹੈ ਔਰ ਲਗਾਤਾਰ ਉਹ ਧਰਮੀ ਹੋ ਕੇ ਰਹਿੰਦੇ ਨੇ। ਪਰ ਉਸ ਤੋਂ ਬਾਅਦ ਜਿਉਂ ਸੰਤ ਫਤਿਹ ਸਿੰਘ ਦਾ ਯੁੱਗ ਆਉਂਦਾ ਹੈ ਤਿਉਂ ਅਕਾਲੀ ਦਲ ਦੇ ਉੱਪਰ ਕੁਐਸਚਨ ਮਾਰਕ ਲੱਗਣਾ ਸ਼ੁਰੂ ਹੋ ਜਾਂਦਾ ਹੈ। ਲੋਂਗੋਵਾਲ ਦਾ ਸਮਝੌਤਾ ਪੜ੍ਹ ਕੇ ਦੇਖ ਸਕਦੇ ਹੋ ਕਿ ਕਿੰਨਾ ਵੱਡਾ ਧੋਖਾ ਜਿਹੜਾ ਸਿੱਖ ਪੰਥ ਦੇ ਨਾਲ ਹੋਇਆ ਤੇ ਉਹਦੇ ਵਿੱਚੋਂ ਸੰਕਟ ਕਿੰਨੇ ਗੰਭੀਰ ਕਿਸਮ ਦਾ ਜਿਹੜਾ ਉਹ ਨਿਕਲਿਆ। ਤੇ ਹੁਣ ਤੱਕ ਹੀ ਸਿੱਖ ਜਿਹੜਾ ਹੈ ਉਹ ਆਪਣੇ ਆਪ ਨੂੰ ਬੇਗਾਨਾ ਮਹਿਸੂਸ ਕਰ ਰਿਹਾ ਇਸ ਕਾਰਨ ਕਿਉਂਕਿ ਉਹਨਾਂ ਦੀ ਆਪਣੀ ਲੀਡਰਸ਼ਿਪ ਬਹੁਤ ਕਮਜ਼ੋਰ ਸਾਬਤ ਹੋਈ ਹੈ। ਤਾਂ ਔਰ ਸੁਖਬੀਰ ਬਾਦਲ ਹੋਣਾ ਨੂੰ, ਪ੍ਰਕਾਸ਼ ਸਿੰਘ ਬਾਦਲ ਹੋਣਾ ਨੂੰ ਜਾਪਦਾ ਕਿ ਇਹਨਾਂ ਸਿੱਖਾਂ ਨੇ ਜਾਣਾ ਕਿੱਥੇ ਹੈ। ਉਹ ਇਹ ਗੱਲ ਭੁਗਤਾਉਂਦੇ ਰਹੇ ਕਿ ਕਾਂਗਰਸ ਜਿਹੜੀ ਹੈ ਉਹ ਸਿੱਖਾਂ ਦੀ ਦੁਸ਼ਮਣ ਜਮਾਤ ਹੈ ਔਰ ਇਸ ਗੱਲ ਦਾ ਉਹ ਲਾਭ ਲੈਂਦੇ ਰਹੇ। ਔਰ ਸਿੱਖਾਂ ਨੇ ਇਸ ਨੂੰ ਬੌਧਿਕ ਪੱਧਰ ਤੇ ਇਸ ਗੱਲ ਨੂੰ ਸਮਝਿਆ ਨਹੀਂ ਕਿ ਸਾਡੇ ਨਾਲ ਅਨਿਆਏ ਜਿਹੜਾ ਹੈ ਉਹ ਅਕਾਲੀ ਦਲ ਵੱਲੋਂ ਹੀ ਹੋ ਰਿਹਾ ਹੈ, ਸਾਡੇ ਜਿਹੜਾ ਸ਼ੋਸ਼ਣ ਕੀਤਾ ਜਾ ਰਿਹਾ ਹੈ ਰਾਜਨੀਤਿਕ ਆਧਾਰ ਤੇ। ਔਰ ਉਹਨਾਂ ਨੇ ਨਰਕਾਰੀਆਂ ਦੇ ਨਾਲ, ਆਪਣੇ ਰਾਧਾ ਸੁਆਮੀਆਂ ਦੇ ਨਾਲ ਤੇ ਸੱਚਾ ਸੌਦੀਆਂ ਦੇ ਨਾਲ, ਨੂਰ ਮਹਿਲੀਆਂ ਦੇ ਨਾਲ ਸਾਰੀ ਜਿਹੜੀ ਹੈ ਉਹ ਚੋਣਾਂ ਵਿੱਚ ਜਿੱਤਣ ਦੇ ਲਈ, ਆਪਣਾ ਆਧਾਰ ਕਾਇਮ ਰੱਖਣ ਦੇ ਲਈ ਉਹ ਇਹੋ ਜਿਹੇ ਗੈਰ ਸਿਧਾਂਤਕ ਸਮਝੌਤੇ ਕਰਦੇ ਰਹੇ। ਬੀਬੀ ਬਾਦਲ ਜਿਹੜੀ ਹੈ ਵੱਡੇ ਬਾਦਲ ਸਾਹਿਬ ਦੀ ਪਤਨੀ, ਉਹ ਨੂਰ ਮਹਿਲ ਦੇ ਡੇਰੇ ਵਿੱਚ ਵੀ ਆਉਂਦੀ ਰਹੀ। ਉਹ ਨੈਟ ਤੇ ਅਜੇ ਤੱਕ ਉਹਨਾਂ ਦੀਆਂ ਫੋਟੋਆਂ ਵੀ ਮੌਜੂਦ ਨੇ, ਸਰਸੇ ਬਾਰੇ ਵੀ ਫੋਟੋਆਂ ਮੌਜੂਦ ਨੇ। ਔਰ ਲਗਾਤਾਰ ਇਹ ਕੁਝ ਉਪਰਾਲਾ ਕਰਦੇ ਰਹੇ ਕਿ ਸਿੱਖਾਂ ਦਾ ਤੇ ਔਰ ਸੌਦੇ ਸਾਧ ਦਾ ਸਮਝੌਤਾ ਹੋ ਜੇ। ਪਰ ਇਹ ਸੰਭਵ ਨਹੀਂ ਸੀ ਕਿਉਂਕਿ ਉਸਨੇ ਗੁਰੂ ਗੋਬਿੰਦ ਸਿੰਘ ਜੀ ਦਾ ਭੇਖ ਧਾਰ ਕੇ ਉਸਨੇ ਸਿੱਖ ਧਰਮ ਦੀ ਭਾਵਨਾ ਨੂੰ ਠੇਸ ਪਹੁੰਚਾਈ। ਉਹ ਸਿੱਖ ਇਹ ਕਦੇ ਬਰਦਾਸ਼ਤ ਨਹੀਂ ਕਰਦੇ ਕਿ ਉਹਨਾਂ ਦੀ ਜਿਹੜੀ ਹੈ ਗੁਰੂ ਦੀ
ਜਿਹੜਾ ਹੈ ਨਕਲ ਹੈ ਉਹ ਕੋਈ ਆਮ ਵਿਅਕਤੀ ਕਰੇ। ਤੇ ਇਸ ਕਰਕੇ ਸੌਦਾ ਸਾਧ ਨਾਲ ਹਮਦਰਦੀ ਵੀ ਨਹੀਂ ਸੀ। ਦੂਸਰਾ, ਸੌਦਾ ਸਾਧ ਦੇ ਉੱਪਰ ਇਹੋ ਜਿਹੇ ਜਿਹੜੇ ਸਨ ਉਹ ਦੋਸ਼ ਵੀ ਲੱਗ ਚੁੱਕੇ ਸਨ ਵੀ ਬੱਚੀਆਂ ਨਾਲ ਬਲਾਤਕਾਰਾਂ ਦਾ ਦੋਸ਼ ਲੱਗ ਚੁੱਕਾ ਸੀ, ਤੇ ਉਹ ਅਜੇ ਤੱਕ ਇਹਨਾਂ ਹਾਲਾਤਾਂ ਦੇ ਵਿੱਚ ਜੇਲ੍ਹ ਵਿੱਚ ਵੀ ਹੈ। ਮਤਲਬ ਸਿਆਸੀ ਤਾਕਤ ਨੂੰ ਜਿਹੜਾ ਉਹ ਲਗਾਤਾਰ ਹੱਥ ਦੇ ਵਿੱਚ ਰੱਖਣ ਦੇ ਲਈ ਅਕਾਲੀ ਦਲ ਨੇ ਹਰ ਹੱਥ ਕੰਡਾ ਵਰਤਿਆ, ਭਾਵੇਂ ਉਹ ਅਕਾਲ ਤਖਤ ਸਾਹਿਬ ਨੂੰ ਵਰਤਣਾ ਹੋਵੇ, ਭਾਵੇਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਵਰਤਣਾ ਹੋਵੇ। ਹੁਣ ਮੈਂ ਥੋੜਾ ਜਿਹਾ ਇਸ ਗੱਲ ਤੇ ਆਉਣਾ ਕਿ ਹੁਣ ਆਪਾਂ ਜੇ ਗਿਆਨੀ ਗੁਰਬਚਨ ਸਿੰਘ ਉਹਨਾਂ ਦਾ ਟੈਨਿਓਰ ਦੇਖੀਏ, ਉਹਨਾਂ ਦੇ ਦੌਰ ਦੇ ਦੌਰਾਨ ਜਿਹੋ ਜਿਹੇ ਫੈਸਲੇ ਹੋਏ, ਉਸ ਤੋਂ ਬਾਅਦ ਉਮੀਦਾਂ ਜਿਹੜੀਆਂ ਜਾਗੀਆਂ, ਕਿਉਂਕਿ ਉਹਨਾਂ ਦੇ ਜਾਣ ਤੋਂ ਬਾਅਦ ਬੇਅਦਬੀ ਵਾਲੇ ਮਸਲਿਆਂ ਨੇ ਇੱਕ ਇਹੋ ਜਿਹਾ ਅਕਾਲੀ ਦਲ ਨੂੰ ਲੋਕਾਂ ਦੀਆਂ ਨਜ਼ਰਾਂ ਦੇ ਵਿੱਚ ਰੋੜਿਆ ਕਿ ਅਕਾਲ ਤਖਤ ਸਾਹਿਬ ਦੇ ਜਥੇਦਾਰ ਤੇ ਸਵਾਲ ਉੱਠਣ ਲੱਗੇ। ਉਸ ਤੋਂ ਬਾਅਦ ਗਿਆਨੀ ਗੁਰਬਚਨ ਸਿੰਘ ਨੂੰ ਹਟਾ ਕੇ ਕਾਰਜਕਾਰੀ ਜਥੇਦਾਰ ਥਾਪਿਆ ਗਿਆ ਗਿਆਨੀ ਹਰਪ੍ਰੀਤ ਸਿੰਘ ਨੂੰ। ਹੁਣ ਆਪਾਂ ਉਹਨਾਂ ਦੇ ਦੌਰ ਤੇ ਆਈਏ ਕਿ ਗਿਆਨੀ ਹਰਪ੍ਰੀਤ ਸਿੰਘ ਦੇ ਦੌਰ ਦੇ ਦੌਰਾਨ ਉਹਨਾਂ ਤੋਂ ਬੜੀਆਂ ਉਮੀਦਾਂ ਸੀ ਕਿ ਸ਼ਾਇਦ ਉਹ ਮਤਲਬ ਕਿ ਸਿੱਖ ਪੰਥ ਨੂੰ ਉਹ ਅਗਵਾਈ ਦੇਣ ਜਿਹੜੀ ਹੈ ਸਿੱਖ ਪੰਥ ਜਾਂ ਜਿਹੜੀਆਂ ਧਾਰਮਿਕ ਜਿਹੜੇ ਹਰ ਧਰਮ ਨੂੰ ਮੰਨਣ ਵਾਲੇ ਸਿੱਖਾਂ ਦੇ ਵਿੱਚ ਗੁਰਦੁਆਰਿਆਂ ਦੇ ਵਿੱਚ ਆਸਥਾ ਰੱਖਦੇ ਨੇ, ਉਹਨਾਂ ਨੂੰ ਉਮੀਦ ਸੀ ਕਿ ਸ਼ਾਇਦ ਸਿਆਸੀ ਗਲਬੇ ਤੋਂ ਉੱਪਰ ਉੱਠ ਕੇ ਸ਼ਾਇਦ ਕੋਈ ਫੈਸਲਾ ਲੈਣ। ਪਰ ਕੋਈ ਇਹੋ ਜਿਹੀ ਉਮੀਦ ਜਿਹੜੀ ਹੈ ਉਹ ਨਜ਼ਰ ਨਹੀਂ ਆ ਰਹੀ। ਹੁਣ ਇਹਨੂੰ ਕਿੱਦਾਂ ਦੇਖਦੇ ਹੋ ਕਿ ਫੈਸਲੇ ਲਗਾਤਾਰ ਉੱਪਰੋਂ ਥੱਲੇ ਇਹੋ ਜਿਹੇ ਆ ਰਹੇ ਨੇ, ਜਾਂ ਇਹੋ ਜਿਹੀ ਬਿਆਨਬਾਜ਼ੀ ਹੋ ਰਹੀ ਹੈ ਜਿਹਦੇ ਵਿੱਚ ਸਾਫ਼ ਤੌਰ ਤੇ ਝਲਕ ਰਿਹਾ ਹੈ ਕਿ ਕਿਤੇ ਨਾ ਕਿਤੇ ਉਹੀ ਜਿਹੜਾ ਪਰਚੀ ਸਿਸਟਮ ਹੈ ਉਹ ਭਾਰੂ ਹੈ? ਦੇਖੋ, ਜਿੰਨਾ ਇਹ ਜਿਹੜੀ ਸਾਰਾ ਕੁਝ ਰਾਜਨੀਤੀ ਤੈਅ ਕਰਦੀ ਹੈ ਕਿ ਅਕਾਲ ਤਖਤ ਦਾ ਜਥੇਦਾਰ ਉਹ ਕਿਸ ਤਰ੍ਹਾਂ ਦੀ ਬਿਆਨਬਾਜ਼ੀ ਕਰੇ, ਕਿਹੋ ਜਿਹਾ ਬਿਆਨ ਦੇਵੇ, ਉਹ ਸਾਰੀ ਇਹ ਰਾਜਨੀਤੀ ਚੱਲਦੀ ਹੈ ਔਰ ਇਹ ਲਗਾਤਾਰ ਗੁਪਤ ਢੰਗ ਨਾਲ ਚਲਾਈ ਜਾਂਦੀ ਹੈ ਔਰ ਤੁਹਾਡੇ ਸਾਹਮਣੇ ਇਹ ਗੱਲਾਂ ਪੇਸ਼ ਨਹੀਂ ਆਉਂਦੀਆਂ ਔਰ ਇਹ ਮੁਕਰਦੇ ਵੀ ਹੈ ਕਿ ਅਸੀਂ ਦਖਲਅੰਦਾਜ਼ੀ ਨਹੀਂ ਦਿੰਦੇ ਅਕਾਲ ਤਖਤ ਦੇ ਵਿੱਚ, ਅਸੀਂ ਦਖਲਅੰਦਾਜ਼ੀ ਨਹੀਂ ਦਿੰਦੇ ਜਥੇਦਾਰ ਦੇ ਕਾਰਜਾਂ ਵਿੱਚ, ਉਹ ਆਪਣੇ ਆਪ ਹੀ ਕਰਦੇ ਨੇ। ਅਕਾਲ ਤਖਤ ਦਾ ਜਥੇਦਾਰ ਸੁਤੰਤਰ ਹੈ, ਬਹੁਤ ਕੁਝ ਹੈ। ਜਦੋਂ ਉਹਨਾਂ ਦਾ ਤਨਖਾਹਦਾਰ ਹੈ, ਉਹਨਾਂ ਦੀ ਜਿਹੜਾ ਹੈ ਉਹ ਜੇਬ ਵਿੱਚੋਂ ਨਿਕਲਿਆ ਹੈ, ਉਹਨਾਂ ਦੇ ਹੁਕਮ ਦੇ ਤਹਿਤ ਉਹ ਅਹੁਦਾ ਸੰਭਾਲਿਆ ਹੈ, ਤਾਂ ਉਹ ਉਹਨਾਂ ਤੋਂ ਬਾਹਰ ਕਿਵੇਂ ਹੋ ਸਕਦਾ? ਕਿਸੇ ਵਿੱਚ ਇੰਨੀ ਸਮਰੱਥਾ ਨਹੀਂ ਹੁੰਦੀ ਕਿ ਉਹ ਉਹਨਾਂ ਨੂੰ ਚੈਲੰਜ ਦੇ ਸਕੇ। ਜੇ ਚੈਲੰਜ ਦੇਵੇਗਾ ਉਹਦਾ ਹਸ਼ਰ ਜਿਹੜਾ ਭਾਈ ਰਣਜੀਤ ਸਿੰਘ ਵਰਗਾ ਹੋਏਗਾ ਜੋ ਭਾਈ ਰਣਜੀਤ ਸਿੰਘ ਦਾ ਹੋਇਆ, ਔਰ ਉਸ ਤੋਂ ਬਾਅਦ ਭਾਈ ਰਣਜੀਤ ਸਿੰਘ ਦੇ ਦੁਬਾਰਾ ਉਹ ਜਥੇਦਾਰ ਨਹੀਂ ਬਣ ਸਕੇ ਕਿਉਂਕਿ ਇਹ ਸਾਰੀ ਕਮਾਂਡ ਅਕਾਲੀ ਦਲ ਕੋਲ ਹੈ। ਅਕਾਲੀ ਦਲ ਜਿਸ ਨੂੰ ਵੀ ਚਾਹੇਗਾ ਉਸ ਨੂੰ ਜਥੇਦਾਰ ਬਣਾ ਸਕਦਾ। ਜਿੰਨਾ ਚਿਰ ਤੱਕ ਉਹਨਾਂ ਦੇ ਨਾਲ ਚੱਲਦਾ ਰਹੇਗਾ, ਜਿੰਨਾ ਚਿਰ ਤੱਕ ਉਹਦੀ ਸਿਆਸਤ ਨੂੰ ਖਤਰਾ ਨਹੀਂ ਹੋਏਗਾ, ਉਹ ਦਿਓਂ ਤੋਂ ਅੱਗੇ ਚੱਲਦਾ ਰਹੇਗਾ। ਗੁਰਬਚਨ ਸਿੰਘ ਨੂੰ ਹਟਾਉਣ ਦੇ ਕੀ ਅਰਥ ਸਨ? ਗੁਰਬਚਨ ਸਿੰਘ ਜਿਉਂ ਅਕਾਲੀ ਦਲ ਚਲਾਉਂਦਾ ਰਿਹਾ, ਗੁਰਬਚਨ ਸਿੰਘ ਉਸੇ ਤਰ੍ਹਾਂ ਚੱਲਦਾ ਰਿਹਾ। ਜਦੋਂ ਉਸਦੀ ਵਿਰੋਧਤਾ ਹੋ ਗਈ, ਉਹਦੇ ਸਕੈਂਡਲ ਬਾਹਰ ਆਏ, ਤਾਂ ਉਹਦੇ ਤੇ ਸਾਰਾ ਨਜਲਾ ਉਹਦੇ ਤੇ ਡਿੱਗਿਆ ਅਕਾਲੀ ਰਾਜਨੀਤੀ ਦਾ, ਤੇ ਉਹਨਾਂ ਨੇ ਆਪਣੀ ਹੋਂਦ ਨੂੰ ਬਚਾਉਣ ਦੇ ਲਈ ਉਸਨੂੰ ਹਟਾ ਦਿੱਤਾ। ਉਹਦੀ ਥਾਂ ਤੇ ਜਿਹੜਾ ਜਥੇਦਾਰ ਹਰਪ੍ਰੀਤ ਸਿੰਘ ਨੂੰ ਬਣਾਇਆ ਗਿਆ। ਜਥੇਦਾਰ ਹਰਪ੍ਰੀਤ ਸਿੰਘ ਕੁਝ ਚਿਰ ਆਪਣੀ ਮਰਜ਼ੀ ਨਾਲ ਚੱਲੇ, ਪਰ ਇਹ ਥੋੜਾ ਚਿਰ ਹੀ ਹੋਇਆ ਔਰ ਉਸ ਤੋਂ ਬਾਅਦ ਜਦੋਂ ਉਹਨਾਂ ਵਿੱਚ ਦਖਲਅੰਦਾਜ਼ੀ ਸ਼ੁਰੂ ਕਰ ਦਿੱਤੀ ਗਈ, ਉਸ ਨੂੰ ਆਪਣੇ ਅਨੁਸਾਰ ਚਲਾਉਣਾ ਸ਼ੁਰੂ ਕਰ ਦਿੱਤਾ ਤੇ ਉਹਨਾਂ ਦੀ ਵੀ ਹਾਲਾਤ ਜਿਹੜੇ ਨੇ ਗਿਆਨੀ ਗੁਰਬਚਨ ਸਿੰਘ ਤੋਂ ਵੱਖਰੇ ਨਹੀਂ ਰਹੇ। ਆਪਣੇ ਸਟੈਂਡ ਤੋਂ ਥਿੜਕਦੇ ਨਜ਼ਰ ਆਏ ਜਿਹੜੇ ਮਤਲਬ ਕਿ ਜਿਵੇਂ ਆਪਾਂ ਫੈਸਲੇ ਜਿਵੇਂ ਮੈਂ ਗੱਲ ਕੀਤੀ ਚਰਨਜੀਤ ਸਿੰਘ ਚੱਡੇ ਦਾ ਮਾਮਲਾ ਇਹ ਪਿਛਲੇ ਕਾਫੀ ਦਿਨਾਂ ਤੋਂ ਚਰਚਾ ਵਿੱਚ ਹੈ, ਲੇਟੈਸਟ ਹੈ, ਜਿਹਦੇ ਨਾਲ ਆਰਐਸਐਸ ਦਾ ਜਿਵੇਂ ਮੈਂ ਕਿਹਾ ਕਿ ਉਹ ਚਿੱਠੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਜਾਰੀ ਕੀਤੀ ਗਈ। ਇਹੋ ਜਿਹੇ ਫੈਸਲੇ ਜਿਹੜੇ ਅਕਾਲ ਤਖਤ ਸਾਹਿਬ ਜਾਂ ਸ਼੍ਰੋਮਣੀ ਕਮੇਟੀ ਵੱਲੋਂ ਅੱਜ ਵੀ ਲਏ ਜਾ ਰਹੇ ਨੇ, ਉਹ ਤੋਂ ਕਿਤੇ ਨਾ ਕਿਤੇ ਸਾਫ਼ ਤੌਰ ਤੇ ਸੰਕੇਤ ਮਿਲਦੇ ਨੇ ਕਿ ਹਾਲੇ ਵੀ ਜਿਹੜੀ ਆ ਉਹ ਮਤਲਬ ਕਿ ਸਿਆਸਤ ਜਿਹੜੀ ਆ ਉਹ ਇਸ ਢੰਗ ਦੇ ਨਾਲ ਅੰਦਰ ਚੱਲ ਰਹੀ ਹੈ। ਬਿਲਕੁਲ ਚੱਲ ਰਹੀ ਹੈ ਜੀ। ਜਿਹੜਾ ਹੁਣ ਚਰਨਜੀਤ ਸਿੰਘ ਚੱਡੇ ਦਾ ਵੀ ਕੇਸ ਹੈ ਔਰ ਚਰਨਜੀਤ ਸਿੰਘ ਚੱਡੇ ਦਾ ਜੇ ਤੁਸੀਂ ਉਹਦੇ ਸਾਹਮਣੇ ਹਕੀਕਤ ਸਾਹਮਣੇ ਆ ਚੁੱਕੀ ਹੈ ਤਾਂ ਉਸ ਨੂੰ ਮਾਫ ਨਹੀਂ ਕੀਤਾ ਜਾ ਸਕਦਾ। ਕਿਸੇ ਤਰ੍ਹਾਂ ਇਸ ਨੂੰ ਨੈਤਿਕਤਾ ਦਾ ਆਧਾਰ ਬਣਾ ਕੇ ਕਦੇ ਵੀ ਮਾਫ ਨਹੀਂ ਕੀਤਾ ਜਾਂਦਾ। ਸਿੱਖ ਕਰੈਕਟਰ ਵਿੱਚ ਇਹ ਗੱਲਾਂ ਕਿ ਪਰਾਈ ਧੀ ਭੈਣ ਦਾ ਸ਼ੋਸ਼ਣ ਕਰਨਾ ਇੱਕ ਮਾੜਾ ਗਿਣਿਆ ਜਾਂਦਾ ਹੈ ਔਰ ਸਿੱਖ ਪੰਥ ਵਿੱਚ ਔਰ ਗੁਰੂ ਦੇ ਧਰਮ ਵਿੱਚ ਇਸ ਨੂੰ ਕਦੇ ਵੀ ਪ੍ਰਵਾਨਗੀ ਨਹੀਂ ਦਿੱਤੀ ਜਾ ਸਕਦੀ ਤੇ ਨਾ ਹੀ ਉਸ ਨੂੰ ਮਾਫ ਕੀਤਾ ਜਾ ਸਕਦਾ। ਪਰ ਅਕਾਲ ਤਖਤ ਦੇ ਜਥੇਦਾਰ ਨੇ ਇਸ ਨੂੰ ਮਾਫ ਕਰਕੇ ਸਿੱਖ ਇਤਿਹਾਸ ਨੂੰ ਔਰ ਸਿੱਖ ਧਰਮ ਔਰ ਸਿੱਖ ਮਰਿਆਦਾ ਨੂੰ ਪੁੱਠਾ ਗੇੜਾ ਦਿੱਤਾ
ਔਰ ਅੱਗੇ ਵੀ ਜਿਹੜਾ ਸੁੱਚਾ ਸਿੰਘ ਲੰਗਾ ਜਿਹੜਾ ਇਹਨਾਂ ਦਾ ਤਾਕਤਵਰ ਅਕਾਲੀ ਦਲ ਬਾਦਲ ਦਾ ਲੀਡਰ ਹੈ, ਉਹਦੇ ਲਈ ਵੀ ਰਾਹ ਖੋਲੇ ਨੇ। ਔਰ ਸਿੱਖ ਪੰਥ ਦੇ ਵਿੱਚ ਇਸ ਨੂੰ ਬਹੁਤ ਬੁਰਾ ਮਨਾਇਆ ਗਿਆ। ਸਿੱਖ ਪੰਥ ਭਾਵੇਂ ਇਸ ਬਾਰੇ ਬਹੁਤੀ ਬਿਆਨਬਾਜ਼ੀ ਕਰੇ ਨਾ ਕਰੇ, ਪਰ ਇਸ ਦਾ ਜਿਹੜਾ ਝਟਕਾ ਹੈ ਉਹ ਅਕਾਲੀ ਦਲ ਨੂੰ ਜ਼ਰੂਰ ਲੱਗੇਗਾ। ਅਕਾਲੀ ਦਲ ਅੱਗੇ ਤੋਂ ਅੱਗੇ ਵੱਡੀਆਂ ਗਲਤੀਆਂ ਕਰ ਰਿਹਾ, ਔਰ ਸੁਖਬੀਰ ਬਾਦਲ ਇਸ ਵੱਲ ਧਿਆਨ ਨਹੀਂ ਦੇ ਰਿਹਾ ਕਿ ਉਸ ਦਾ ਨੁਕਸਾਨ ਕਿਉਂ ਹੋਇਆ, ਰਾਜਨੀਤਿਕ ਤੌਰ ਤੇ ਨੁਕਸਾਨ ਕਿਉਂ ਹੋਇਆ, ਉਸ ਦੀਆਂ ਜਿਹੜੀਆਂ ਸੀਟਾਂ ਹੈ ਉਹ ਕਿਉਂ ਘਟੀਆਂ, ਔਰ ਉਹ ਪੰਥ ਵਿੱਚ ਪ੍ਰਵਾਨਿਤ ਕਿਉਂ ਨਹੀਂ ਰਿਹਾ। ਜਿਹੜੀਆਂ ਮਤਲਬ ਕਿ ਪੰਥ ਉਹਦੀ ਤਾਕਤ ਸੀ, ਉਹ ਪੰਥ ਉਸਦੇ ਹੇਠੋਂ ਹਿੱਲ ਕਿਉਂ ਗਿਆ, ਖਿਸ ਕਿਉਂ ਗਿਆ। ਔਰ ਉਸ ਦਾ ਕਾਰਨ ਹੀ ਇਹ ਹੈ ਕਿ ਅਕਾਲੀ ਦਲ ਜਿਹੜਾ ਹੈ ਉਹ ਪੰਥ ਨੂੰ ਜਿਹੜਾ ਟਿੱਚ ਸਮਝਦਾ ਰਿਹਾ, ਜਿਹਦੇ ਕਰਕੇ ਪੰਥ ਨੇ ਵੀ ਉਹਨੂੰ ਟਿੱਚ ਸਮਝਿਆ। ਉਸਦੇ ਹਾਲਾਤ ਬਹੁਤ ਗੰਭੀਰ ਹੋ ਗਏ ਨੇ। ਆਉਣ ਵਾਲੇ ਸਮੇਂ ਦੌਰਾਨ ਅਕਾਲੀ ਦਲ ਦਾ ਕੋਈ ਭਵਿੱਖ ਨਹੀਂ ਹੈ, ਔਰ ਉਸ ਦਾ ਕਾਰਨ ਹੀ ਇਹ ਹੈ ਕਿ ਉਹਦੀ ਜਿਹੜੀ ਹੈ ਦਖਲਅੰਦਾਜ਼ੀ ਸਿੱਖ ਧਰਮ ਵਿੱਚ ਵੱਧ ਰਹੀ ਹੈ, ਔਰ ਸਿੱਖ ਧਰਮ ਵਿੱਚ ਅਨੈਤਿਕਤਾ ਵਰਗੇ ਫੈਸਲੇ ਅਕਾਲ ਤਖਤ ਦੇ ਰਾਹੀਂ ਕਰਵਾਏ ਜਾ ਰਹੇ ਨੇ, ਜਿਹਦਾ ਜਿਹੜਾ ਹੈ ਸੰਗਤ ਵਿੱਚ ਗਲਤ ਪ੍ਰਭਾਵ ਜਾ ਰਿਹਾ ਹੈ। ਤੇ ਇਸ ਗੱਲ ਤੋਂ ਜਿਹੜਾ ਸੁਖਬੀਰ ਬਾਦਲ, ਕਿਉਂਕਿ ਮੇਰੇ ਧਿਆਨ ਵਿੱਚ ਆ ਰਿਹਾ ਸੀ ਕਿ ਜਦੋਂ ਕੋਈ ਬੱਜਰ ਕੁਰੈਤ ਕਰਦਾ ਤਾਂ ਉਸ ਨੂੰ ਦੁਬਾਰਾ ਅੰਮ੍ਰਿਤਪਾਨ ਕਰਾ ਕੇ ਸੇਵਾ ਲਗਾ ਕੇ ਫਿਰ ਉਹਦੀ ਵਾਪਸੀ ਜਿਹੜੀ ਉਹ ਹੋ ਜਾਂਦੀ ਹੈ ਪੰਥ ਦੇ ਵਿੱਚ। ਤੇ ਮੇਰੇ ਹਿਸਾਬ ਨਾਲ ਦਰਸ਼ਕ ਇਹ ਵੀ ਜਾਣਨਾ ਚਾਹੋਗੇ ਕਿ ਜੇ ਹੁਣ ਚੱਡਾ ਜਾਂ ਲੰਗਾ ਜਾਂ ਹੋਰ ਕੋਈ ਵੀ ਇਹੋ ਜਿਹਾ ਜੇ ਕੋਈ ਗਲਤੀ ਕਰਕੇ ਆਉਂਦਾ, ਕੀ ਉਹਦੀ ਵਾਪਸੀ ਨਹੀਂ ਹੋ ਸਕਦੀ? ਉਹਦੇ ਲਈ ਕੀ ਰੂਲ ਐਂਡ ਰੈਗੂਲੇਸ਼ਨ ਹੈ? ਦੇਖੋ ਜੀ, ਉਹਦੇ ਤੇ ਸਜ਼ਾ ਤੇ ਉਹਨਾਂ ਨੂੰ ਸਦੀਵੀ ਮਿਲਣੀ ਚਾਹੀਦੀ ਹੈ ਕਿ ਉਹ ਪੰਥਕ ਸਰਗਰਮੀਆਂ ਔਰ ਸਮਾਜਿਕ ਸਰਗਰਮੀਆਂ 'ਚ ਹਿੱਸਾ ਨਾ ਲੈਣ ਜਿਹਦੇ ਨਾਲ ਉਹ ਸਮਾਜ ਤੇ ਗਲਤ ਪ੍ਰਭਾਵ ਪਵੇ। ਇਹ ਫੈਸਲਾ ਲੈ ਕੇ ਅਕਾਲ ਤਖਤ ਨੂੰ, ਜਥੇਦਾਰ ਨੂੰ ਸਪਸ਼ਟ ਫੈਸਲੇ ਲੈਣੇ ਚਾਹੀਦੇ। ਉਹ ਪੰਥਕ ਸਰਗਰਮੀਆਂ 'ਚ ਹਿੱਸਾ ਨਹੀਂ ਲਏਗਾ, ਉਹ ਸਿੱਖਾਂ ਦੀਆਂ ਰਾਜਨੀਤਿਕ ਸਰਗਰਮੀਆਂ 'ਚ ਹਿੱਸਾ ਨਹੀਂ ਲਏਗਾ, ਕਿਉਂਕਿ ਜੇਕਰ ਉਹ ਹਿੱਸਾ ਲਵੇਗਾ ਹੋਰਾਂ ਤੇ ਗਲਤ ਪ੍ਰਭਾਵ ਜਾਏਗਾ। ਸੋ ਇਸ ਕਰਕੇ ਉਹਨਾਂ ਨੂੰ ਸਜ਼ਾ ਤੇ ਹੋਣੀ ਚਾਹੀਦੀ ਹੈ। ਪੰਥ ਵਿੱਚ ਵਾਪਸੀ ਦਾ ਕੀ ਹੈ, ਕਿਸੇ ਨੂੰ ਵੀ ਲਿਆਂਦਾ ਜਾ ਸਕਦਾ, ਪਰ ਉਹਦੇ ਉੱਤੇ ਇਹੋ ਜਿਹੀਆਂ ਜਿਹੜੀਆਂ ਨੇ ਪਾਬੰਦੀਆਂ ਲੱਗਣੀਆਂ ਚਾਹੀਦੀਆਂ ਨੇ, ਔਰ ਲੰਗਾ ਤੇ ਵੀ ਲੱਗਣੀਆਂ ਚਾਹੀਦੀਆਂ ਕਿ ਉਹ ਰਾਜਨੀਤੀ ਦੇ ਵਿੱਚ ਹੁਣ ਨਹੀਂ ਆਏਗਾ, ਔਰ ਸਮਾਜਿਕ ਸਰਗਰਮੀਆਂ ਵਿੱਚ ਉਹ ਹਿੱਸਾ ਨਹੀਂ ਲਏਗਾ, ਜਿਹਦੇ ਨਾਲ ਪੰਥ ਤੇ ਸਮਾਜ ਉੱਪਰ ਗਲਤ ਪ੍ਰਭਾਵ ਜਾਂਦੇ। ਪ੍ਰੋਫੈਸਰ ਸਾਹਿਬ, ਹੁਣ ਮੈਨੂੰ ਅਖੀਰ ਦੇ ਵਿੱਚ ਥੋੜਾ ਇਸ ਗੱਲ ਦਾ ਜਵਾਬ ਦਿਓ। ਆਪਾਂ ਗੱਲ ਤਾਂ ਕੀਤੀ ਕਿ ਅਕਾਲ ਤਖਤ ਸਾਹਿਬ ਦੀ ਖੁਦ ਮੁਖਤਿਆਰੀ ਜਾਂ ਆਜ਼ਾਦੀ, ਜੇ ਆਪਾਂ ਕਹਿੰਦੇ ਆ ਕਿ ਕਿਤੇ ਨਾ ਕਿਤੇ ਗੁਲਾਮੀ ਦੇ ਵਿੱਚ ਉੱਥੋਂ ਦੇ ਜਿਹੜੇ ਜਥੇਦਾਰ ਸਾਹਿਬ ਹੋ ਗਏ ਜਾਂ ਸ਼੍ਰੋਮਣੀ ਕਮੇਟੀ ਦੇ ਮੈਂਬਰ ਸਾਹਿਬਾਨ ਜਾਂ ਪ੍ਰਧਾਨ ਸਾਹਿਬ, ਜਿਹੜਾ ਵੀ ਆ ਉਹ ਸਿਆਸੀ ਗੁਲਾਮੀ ਚੱਲ ਰਿਹਾ, ਇਹਨੂੰ ਫਿਰ ਮੁਕਤ ਕਰਨ ਦੇ ਲਈ ਤੁਹਾਨੂੰ ਲੱਗਦਾ ਕੋਈ ਕਾਬਲ ਹੈ ਸਿੱਖ ਪੰਥ ਦੇ ਵਿੱਚ ਕੋਈ ਧਿਰ? ਕਿਉਂਕਿ ਇਲਜ਼ਾਮ ਲੱਗ ਜਾਂਦੇ ਨੇ ਕਿ ਸ਼ਾਇਦ ਕਾਂਗਰਸ ਚਾਹੁੰਦੀ ਹੈ ਕਿ ਉਹ ਅਕਾਲ ਤਖਤ ਸਾਹਿਬ ਦੇ ਉੱਤੇ ਭਾਰੂ ਹੋਵੇ, ਉਹ ਵੀ ਇੱਕ ਧਿਰ ਖੜੀ ਕਰ ਦੇਣ, ਜਾਂ ਬੀਜੇਪੀ ਕੋਈ ਧਿਰ ਇਹੋ ਜਿਹੀ ਸਿੱਖਾਂ ਦੇ ਵਿੱਚ ਖੜੀ ਕਰ ਦੇਵੇ। ਪਰ ਤੁਹਾਨੂੰ ਕੀ ਲੱਗਦਾ ਹੈ ਕਿ ਕੋਈ ਨਿਰੋਲ ਇਹੋ ਜਿਹੀ ਪੰਥਕ ਪਾਰਟੀ ਜਾਂ ਪੰਥਕ ਸ਼ਖਸੀਅਤਾਂ ਇਹੋ ਜਿਹੀਆਂ ਹੈਗੀਆਂ? ਜੇ ਹੈਗੀਆਂ ਤਾਂ ਉਹ ਅੱਗੇ ਕਿਉਂ ਨਹੀਂ ਆ ਰਹੀਆਂ, ਜਾਂ ਉਹਨਾਂ ਨੂੰ ਅੱਗੇ ਕਿਉਂ ਨਹੀਂ ਆਉਣ ਦਿੱਤਾ ਜਾ ਰਿਹਾ? ਦੇਖੋ ਜੀ, ਇਹ ਸ਼੍ਰੋਮਣੀ ਕਮੇਟੀ ਦੇ ਜਿਹੜਾ ਗੁਰਦੁਆਰਾ ਐਕਟ ਦੇ ਵਿੱਚੋਂ ਇਸ ਜਥੇਦਾਰ ਨੂੰ ਕੱਢਣਾ ਚਾਹੀਦਾ, ਔਰ ਉਹਦੇ ਬਾਰੇ ਇੱਕ ਜਿਹੜੀ ਆ ਕਮੇਟੀ ਜਿਹੜੀ ਆ ਉਹ ਵਿਸ਼ਵ ਲੈਵਲ ਤੇ ਕਾਇਮ ਕਰਨੀ ਚਾਹੀਦੀ ਹੈ, ਜਿਹੜੇ ਅਕਾਲ ਤਖਤ ਦੇ ਜਥੇਦਾਰ ਦੀ ਨਿਯੁਕਤੀ ਕਰੇ। ਅਕਾਲ ਤਖਤ ਦੀਆਂ ਜਿਹੜੀਆਂ ਨੇ ਉਹ ਕੀ ਉਹਨਾਂ ਦੇ ਨਿਯਮ ਹੋਣ, ਉਹ ਕਿਹੜੇ ਗੱਲਾਂ ਦੇ ਵਿੱਚ ਦਖਲਅੰਦਾਜ਼ੀ ਕਰ ਸਕੇ ਔਰ ਕਿੱਦਾਂ ਫੈਸਲੇ ਲਵੇ, ਉਹਦੀ ਜਿਹੜੀ ਇੱਕ ਸਲਾਹਕਾਰ ਕਮੇਟੀ ਨਿਯੁਕਤ ਹੋਣੀ ਚਾਹੀਦੀ ਹੈ। ਉਸ ਤੋਂ ਬਿਨਾਂ ਉਸ ਵਿੱਚ ਜਿਹੜੀ ਹੈ ਰਾਜਨੀਤੀ ਦੀ ਦਖਲਅੰਦਾਜ਼ੀ ਬਿਲਕੁਲ ਨਹੀਂ ਹੋਣੀ ਚਾਹੀਦੀ, ਔਰ ਉਹ ਜਿਹੜੇ ਵੀ ਫੈਸਲੇ ਲਵੇ ਉਹ ਪੰਥਕ ਹਿੱਤਾਂ ਵਿੱਚ ਲਵੇ, ਔਰ ਇਹੋ ਜਿਹੇ ਫੈਸਲੇ ਲੈਣ ਦੀ ਵੀ ਲੋੜ ਨਹੀਂ ਜਿਹੜਾ ਪੰਥ ਨੂੰ ਜਿਹੜਾ ਉਤੇਜਿਤ ਕਰੇ, ਜਿਹਦੇ ਨਾਲ ਪੰਥ ਦਾ ਵੀ ਨੁਕਸਾਨ ਹੋਵੇ। ਉਸ ਨੂੰ ਉਹੋ ਜਿਹੇ ਫੈਸਲੇ ਦੇਣੇ ਚਾਹੀਦੇ ਨੇ ਜਿਹੜੇ ਵਰਲਡ ਲੈਵਲ ਤੇ ਜਿਹੜੀ ਸਿੱਖਾਂ ਦੀ ਸ਼ਖਸੀਅਤ ਹੈ, ਸਿੱਖ ਖਾਲਸਾ ਜੀ ਦਾ ਬੋਲਬਾਲਾ ਹੈ, ਉਸ ਨੂੰ ਚਮਕਾ ਸਕੇ। ਤੇ ਤੁਹਾਨੂੰ ਲੱਗਦਾ ਕਿ ਇਹੋ ਜਿਹਾ ਕੁਝ ਭਵਿੱਖ ਦੇ ਵਿੱਚ ਹੋ ਸਕਦਾ? ਕਿਉਂਕਿ ਜਿਹਨੇ ਤਨਖਾਹ, ਮਤਲਬ ਜਿਵੇਂ ਆਪਾਂ ਕਈ ਲੋਕ ਕਹਿ ਦਿੰਦੇ ਨੇ ਕਿ ਜੱਜ ਨੇ ਤਨਖਾਹ ਤਾਂ ਸਰਕਾਰ ਤੋਂ ਲੈਣੀ ਹੈ ਤੇ ਫਿਰ ਫੈਸਲੇ ਤੇ ਪ੍ਰਭਾਵ ਤਾਂ ਪੈਣਾ ਹੀ ਆ। ਜੇ ਕੱਲ ਨੂੰ ਫਿਰ ਜੇ ਉਹ ਸੁਤੰਤਰ ਲੋਕ ਜੇ ਉਹਨਾਂ ਨੂੰ ਚੁਣਦੇ ਨੇ ਕਿ ਇਹ ਜਥੇਦਾਰ ਨੇ, ਤੇ ਕੱਲ ਨੂੰ ਉਹਨਾਂ ਦੇ ਖਿਲਾਫ ਕੋਈ ਇਹੋ ਜਿਹੀ ਗੱਲ ਆਉਂਦੀ ਹੈ, ਕੋਈ ਇਹੋ ਜਿਹਾ ਜਥੇਦਾਰ ਭਵਿੱਖ ਦੇ ਵਿੱਚ ਲੱਗਦਾ ਕਿ ਏਦਾਂ ਕੋਈ ਫੈਸਲਾ ਕੋਈ ਲੈ ਸਕੇਗਾ, ਸਟੈਂਡ ਕਲੀਅਰ ਕਰ ਸਕੇਗਾ? ਦੇਖੋ, ਜਦੋਂ ਤੁਸੀਂ ਇੱਕ ਕਮੇਟੀ ਸੁਤੰਤਰ ਰੂਪ ਵਿੱਚ ਬਣਾਉਂਦੇ ਹੋ, ਉਹੀ ਅਕਾਲ ਤਖਤ ਦੀ ਜਿਹੜੀ ਨਿਯੁਕਤੀ ਕਰਦੀ ਹੈ, ਉਹ ਕਿਸੇ ਦੀ
ਰਾਜਨੀਤੀ ਦੇ ਅੰਡਰ ਨਹੀਂ ਆਉਂਦੀ, ਤਾਂ ਇਹ ਯਕੀਨੀ ਹੈ ਕਿ ਅਕਾਲ ਤਖਤ ਦਾ ਜਥੇਦਾਰ ਕੋਈ ਵੀ ਹੋਵੇ ਉਹ ਸਹੀ ਫੈਸਲੇ ਲੈ ਸਕੇਗਾ ਜੇਕਰ ਯੋਗ ਵਿਦਵਾਨ ਉਹਦੇ ਵਿੱਚ ਹੋਣਗੇ, ਉਹਦੀ ਸਲਾਹਕਾਰ ਕਮੇਟੀ ਵਿੱਚ ਹੋਣਗੇ, ਉਹ ਯੋਗ ਫੈਸਲੇ ਲੈ ਸਕੇਗਾ। ਉਹਨਾਂ ਦੀ ਸਲਾਹ ਨਾਲ ਉਸਨੂੰ ਫੈਸਲੇ ਲੈਣੇ ਪੈਣਗੇ। ਜੇ ਉਸਨੂੰ ਉਹ ਫੈਸਲੇ ਰਾਜਨੀਤੀ ਦੇ ਜਿਹੜੇ ਜਿਵੇਂ ਬਾਦਲ ਅਕਾਲੀ ਦਲ ਹੈ ਉਸ ਦੀ ਇੱਛਾ ਅਨੁਸਾਰ ਲੈਣੇ ਪੈਣਗੇ, ਉਹ ਸਿੱਖ ਪੰਥ ਦੇ ਹੱਕ ਵਿੱਚ ਕਦੇ ਵੀ ਨਹੀਂ ਭੁਗਤਣਗੇ, ਉਹ ਰਾਜਨੀਤੀ ਦੇ ਹੱਕ ਵਿੱਚ ਭੁਗਤਣਗੇ ਜਿਹੜੀ ਬਾਦਲਾਂ ਨੂੰ ਚੰਗੀ ਲੱਗਦੀ ਹੈ ਔਰ ਜਿਹੜੀ ਬਾਦਲਾਂ ਦੇ ਹੱਕ ਵਿੱਚ ਭੁਗਤਦੀ। ਸੋ ਜਿਹੜੀ ਅਕਾਲ ਤਖਤ ਦੇ ਜਥੇਦਾਰ ਦੀ ਨਿਰਪੱਖਤਾ ਔਰ ਪੰਥਕ ਹਿੱਤਾਂ ਦੀ ਸੋਚ ਇਹ ਤਾਂ ਹੀ ਕਾਇਮ ਰਹਿ ਸਕਦੀ ਹੈ ਜੇਕਰ ਗੁਰਦੁਆਰਾ ਐਕਟ ਦੇ ਵਿੱਚੋਂ ਇਸ ਦੀ ਨਿਯੁਕਤੀ ਜਿਹੜੀ ਹੈ ਉਹ ਖਾਰਜ ਕੀਤੀ ਜਾਵੇ। ਉਹ ਗੁਰਦੁਆਰਾ ਐਕਟ ਜੋ ਹੈ ਉਹ ਕੇਂਦਰ ਸਰਕਾਰ ਦੇ ਅਧੀਨ ਹੈ ਔਰ ਗੁਲਾਮੀ ਦੇਖੋ ਕਿੰਨੀ ਵੱਡੀ ਅਕਾਲ ਤਖਤ ਦੀ ਜਥੇਦਾਰ ਦੀ, ਪਹਿਲਾਂ ਉਹ ਭਾਰਤ ਸਰਕਾਰ ਦੇ ਐਕਟ ਦੇ ਅਧੀਨ ਹੈ, ਜਦ ਕਿ ਅਸੀਂ ਕਹਿੰਦੇ ਹਾਂ ਕਿ ਅਕਾਲ ਤਖਤ ਸਿੱਧਾ ਜਿਹੜਾ ਵਾਹਿਗੁਰੂ ਦੇ ਅਧੀਨ ਹੈ, ਉਹ ਤਾਂ ਭਾਰਤੀ ਜਿਹੜੀ ਹੈ ਕਾਨੂੰਨ ਦੇ ਅਧੀਨ ਹੋ ਗਿਆ। ਔਰ ਸਾਡਾ ਧਰਮ ਕਿਉਂ ਕਿਸੇ ਰਾਜ ਦੇ ਕਿਸੇ ਵੀ ਅਧੀਨ ਹੋਵੇ? ਕੀ ਹਿੰਦੂ ਧਰਮ ਅਧੀਨ ਹੈ? ਹਿੰਦੂ ਧਰਮ ਸ਼ੰਕਰਾਚਾਰਿਆ ਦੇ ਨਾਲ ਜੁੜਿਆ ਹੋਇਆ, ਔਰ ਮੁਸਲਮਾਨ ਵੀ ਦੇਖ ਲਓ ਸਿੱਧਾ ਜਿਹੜਾ ਉਹ ਆਪਣੇ ਇਸਲਾਮ ਦੇ ਨਾਲ ਜੁੜਿਆ ਹੋਇਆ ਔਰ ਉਸੇ ਤਰ੍ਹਾਂ ਦੀਆਂ ਕਦਰਾਂ ਕੀਮਤਾਂ ਮੰਨਦਾ ਜੋ ਕੁਰਾਨ ਵਿੱਚ ਦੱਸੀਆਂ ਗਈਆਂ ਨੇ। ਈਸਾਈਅਤ ਦੀ ਵੀ ਇਹ ਗੱਲ ਹੈ। ਇੱਕ ਸਿੱਖ ਧਰਮ ਹੀ ਅਜਿਹਾ ਜਿਸ ਦੀ ਨਿਯੁਕਤੀ ਅਕਾਲ ਤਖਤ ਦੀ, ਜਿਸ ਦੇ ਪੋਪ ਦੀ ਨਿਯੁਕਤੀ ਜਿਹੜੀ ਹੈ ਉਹ ਸਿੱਧੀ ਜਿਹੜੀ ਹੈ ਕੇਂਦਰ ਦੇ ਅਧੀਨ ਹੀ ਹੁੰਦੀ ਹੈ, ਕਿਉਂਕਿ ਗੁਰਦੁਆਰਾ ਐਕਟ ਹੀ ਕੇਂਦਰ ਦੇ ਅਧੀਨ ਹੈ। ਉਹ ਸਾਨੂੰ ਜਥੇਦਾਰ ਨੂੰ ਗੁਲਾਮ ਬਣਾਉਂਦਾ। ਉਸ ਤੋਂ ਬਾਅਦ ਜਥੇਦਾਰ ਜਿਹੜਾ ਹੈ ਉਹ ਸ਼੍ਰੋਮਣੀ ਕਮੇਟੀ ਦੇ ਅਧੀਨ ਹੁੰਦਾ ਹੈ ਤੇ ਸ਼੍ਰੋਮਣੀ ਕਮੇਟੀ ਵੀ ਉਸ ਦੇ ਅਧੀਨ ਹੈ ਤੇ ਸ਼੍ਰੋਮਣੀ ਕਮੇਟੀ ਜਿਹੜੀ ਆ ਉਹ ਬਾਦਲ ਅਕਾਲੀ ਦਲ ਦੇ ਅਧੀਨ ਹੈ। ਸੋ ਤੁਸੀਂ ਦੇਖ ਲਓ ਵੀ ਗੁਲਾਮੀ ਕਿੰਨੀ ਲੰਬੀ ਹੈ। ਇੱਕ ਤੋਂ ਬਾਅਦ ਜਿਹੜਾ ਅਕਾਲ ਤਖਤ ਦਾ ਜਥੇਦਾਰ ਹੈ ਉਹ ਗੁਲਾਮ ਹੈ। ਤੇ ਜਿਹੜਾ ਆਰਐਸਐਸ ਦਾ ਪਿਛਲੇ ਦਿਨੀ ਹੁਕਮਨਾਮਾ ਆਰਐਸਐਸ ਨੂੰ ਲੈ ਕੇ ਇਹਨਾਂ ਨੇ ਜਾਰੀ ਕੀਤਾ, ਉੱਤੇ ਜੋ ਵੀ ਮਤਾ ਪਾਇਆ ਗਿਆ ਸ਼੍ਰੋਮਣੀ ਕਮੇਟੀ ਦੇ ਵਿੱਚ, ਉਹ ਤਾਂ ਸਵਾਲ ਚੁੱਕਦੇ ਨੇ ਕਿ ਤੁਸੀਂ ਸਾਨੂੰ ਕਹਿੰਦੇ ਹੋ ਕਿ ਅਸੀਂ ਤੁਹਾਡੇ ਵਿੱਚ ਦਖਲਅੰਦਾਜ਼ੀ ਕਰਦੇ ਹਾਂ। ਉਹ ਕਹਿੰਦੇ ਇੱਕ ਕੇਸ ਕੋਈ ਇਹੋ ਜਿਹਾ ਦਿਖਾ ਦਿਓ ਕਿ ਕਿੱਥੇ ਅਸੀਂ ਕਿਸੇ ਸਿੱਖ ਨੂੰ ਹਿੰਦੂ ਬਣਾਇਆ। ਪਰ ਉਹਨਾਂ ਨੇ ਕਿਹਾ ਕਿ ਸੈਂਕੜੇ ਇਹੋ ਜਿਹੀਆਂ ਉਦਾਹਰਨਾਂ ਨੇ ਜਿਹੜੀਆਂ ਤੁਸੀਂ ਦੇਖ ਸਕਦੇ ਹੋ ਕਿ ਸਿੱਖ ਪਰਿਵਾਰ ਜਿਹੜੇ ਨੇ ਉਹ ਈਸਾਈ ਧਰਮ ਵੱਲ ਪ੍ਰਭਾਵਿਤ ਹੋ ਰਹੇ ਨੇ। ਇਹਦੇ ਵਿੱਚ ਨਾਕਾਮੀ ਆਪਾਂ ਮੰਨ ਲਈਏ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਰਹੀ ਹੈ ਕਿ ਅੱਜ ਤੱਕ ਉਹਨਾਂ ਨੇ ਸਿੱਖਾਂ ਦੇ ਨੁਮਾਇੰਦਾ ਜਥੇਬੰਦੀ ਹੋਣ ਦੇ ਕਾਰਨ ਕੋਈ ਵੀ ਇਹੋ ਜਿਹਾ ਮਤਲਬ ਕਿ ਨੁਮਾਇੰਦਾ ਜਥੇਬੰਦੀ ਹੋ ਕੇ ਵੀ ਕੋਈ ਸਿੱਖਾਂ ਦੀ ਸਾਰ ਨਹੀਂ ਲਈ, ਜਿਹੜੇ ਗੁਰਬਤ ਦੇ ਵਿੱਚ ਰਹਿ ਰਹੇ ਨੇ, ਖਾਸ ਕਰ ਉਹਨਾਂ ਦੀ ਜਿਨ੍ਹਾਂ ਦੇ ਬੱਚੇ ਅੱਜ ਵੀ ਪੜ੍ਹਾਈਆਂ ਤੋਂ ਵਾਂਝੇ ਨੇ, ਜਿਨ੍ਹਾਂ ਨੂੰ ਅੱਜ ਵੀ ਖਾਲਸਾ ਕਾਲਜ ਦੀ ਫੀਸ ਜਿਹੜੀ ਆ ਉਹ ਉਦਾਂ ਹੀ ਲੱਗਦੀ ਹੈ ਦਿਓ ਵਰਗੀ ਜਿਵੇਂ ਬਾਕੀ ਹੋਰ ਕਾਲਜਾਂ ਦੇ ਵਿੱਚ ਹੁੰਦੀ ਹੈ, ਜਿਨ੍ਹਾਂ ਨੂੰ ਅੱਜ ਵੀ ਉਹਨਾਂ ਚੀਜ਼ਾਂ ਤੋਂ ਉਹਨਾਂ ਸਹੂਲਤਾਂ ਤੋਂ ਵਾਂਝਾ ਰੱਖਿਆ ਗਿਆ। ਇਹ ਜੇਕਰ ਅਸੀਂ ਆਰਐਸਐਸ ਦੀ ਗੱਲ ਕਰੀਏ, ਉਸਨੇ ਸਿੱਖ ਇਤਿਹਾਸ ਵਿੱਚ ਬਹੁਤ ਦਖਲਅੰਦਾਜ਼ੀ ਦਿੱਤੀ ਹੈ, ਇਸ ਵਿੱਚ ਕੋਈ ਸ਼ੱਕ ਨਹੀਂਗਾ। ਅਸੀਂ ਜੇ ਗੂਗਲ ਵਿੱਚ ਜਾਈਏ ਤਾਂ ਉਹ ਸਾਨੂੰ ਸਭ ਕੁਝ ਜਿਹੜੀਆਂ ਇਹੋ ਜਿਹੀਆਂ ਤਸਵੀਰਾਂ ਰਾਮ ਤੇ ਲਛਮਣ, ਰਾਮ ਤੇ ਹੋਰ ਕ੍ਰਿਸ਼ਨ ਦੇ ਵਿਚਕਾਰ ਗੁਰੂ ਨਾਨਕ ਸਾਹਿਬ ਨੂੰ ਸਿਰਜਿਆ, ਜਦ ਕਿ ਗੁਰੂ ਨਾਨਕ ਸਾਹਿਬ ਸਿੱਧਾ ਅਕਾਲ ਪੁਰਖ ਦੇ ਵਿੱਚ ਵਿਸ਼ਵਾਸ ਕਰਦੇ ਸਨ। ਉਹ ਆਪਣੇ ਆਪ ਨੂੰ ਰੱਬ ਦਾ ਬੰਦਾ ਮੰਨਦੇ ਸਨ। ਉਹਨਾਂ ਦਾ ਇੰਨਾ ਭਗਵਾਨਾਂ ਵਿੱਚ ਯਕੀਨ ਨਹੀਂ ਸੀ, ਉਹ ਜ਼ਬਰਦਸਤੀ ਇਹ ਕੁਝ ਕੀਤਾ ਗਿਆ ਔਰ ਗੁਰੂ ਗੋਬਿੰਦ ਸਿੰਘ ਨੂੰ ਸ਼ਿਵਾਜੀ ਦੇ ਮਰੱਠਾ ਦੇ ਬਰਾਬਰ ਰੱਖਿਆ ਗਿਆ। ਸਿੱਖ ਇਤਿਹਾਸ ਵਿੱਚ ਬਹੁਤ ਚੇਂਜਾਂ ਕੀਤੀਆਂ ਗਈਆਂ। ਇਸ ਵਿੱਚ ਸ਼੍ਰੋਮਣੀ ਕਮੇਟੀ ਦਾ ਪੱਖ ਠੀਕ ਹੈ, ਪਰ ਸ਼੍ਰੋਮਣੀ ਕਮੇਟੀ ਹੁਣ ਕਿਉਂ ਬੋਲ ਰਹੀ ਹੈ? ਸ਼੍ਰੋਮਣੀ ਕਮੇਟੀ ਪਹਿਲਾਂ ਕਿਉਂ ਨਹੀਂ ਬੋਲਦੀ ਸੀ ਜਦੋਂ ਇਹ ਕੁਝ ਸਭ ਕੁਝ ਸ਼ੁਰੂ ਹੋ ਚੁੱਕਾ ਸੀ, ਜਦੋਂ ਇਹਨਾਂ ਦਾ ਭਾਜਪਾ ਨਾਲ ਸਮਝੌਤਾ ਸੀ? ਇਹ ਉਦੋਂ ਕਿਉਂ ਨਹੀਂ ਆਪਣੇ ਸਿਧਾਂਤਾਂ ਤੇ ਕਾਇਮ ਰਹੀ? ਉਦੋਂ ਕਿਉਂ ਇਹਨੇ ਦਖਲਅੰਦਾਜ਼ੀ ਹੋਣ ਦਿੱਤੀ? ਬਾਦਲ ਦੇ ਪੁਰਾਣੇ ਬਿਆਨ ਪੜ੍ਹ ਦੇਣੇ ਚਾਹੀਦੇ ਨੇ ਤੇ ਅੱਜ ਸ਼੍ਰੋਮਣੀ ਕਮੇਟੀ ਦੇ ਬਿਆਨ ਸੰਦਰਭ ਵਿੱਚ ਰੱਖ ਦੇਣੇ ਚਾਹੀਦੇ। ਦੋਵੇਂ ਇੱਕ ਦੂਸਰੇ ਦੇ ਉਲਟ ਜਿਹੜੇ ਭੁਗਤ ਰਹੇ ਨੇ। ਔਰ ਬਾਦਲ ਦੇ ਵਿਚਾਰ ਸਨ ਕਿ ਜੋ ਆਰਐਸਐਸ ਦੇ ਵਿਰੁੱਧ ਬੋਲਦਾ ਹੈ, ਜੋ ਭਾਜਪਾ ਦੇ ਵਿਰੁੱਧ ਬੋਲਦਾ, ਉਹ ਪੰਜਾਬ ਦੇ ਵਿੱਚ ਦੁਬਿਧਾ ਪੈਦਾ ਕਰਨਾ ਚਾਹੁੰਦੇ ਨੇ, ਪੰਜਾਬ ਵਿੱਚ ਹਿੰਸਾ ਪੈਦਾ ਕਰਨਾ ਚਾਹੁੰਦੇ ਨੇ। ਉਹ ਸਿੱਧਾ ਤੌਰ ਤੇ ਹਿੰਸਾ ਦੇ ਨਾਲ ਜੋੜ ਦਿੰਦਾ ਰਿਹਾ। ਅੱਜ ਜਿਹੜੀ ਸ਼੍ਰੋਮਣੀ ਕਮੇਟੀ ਜੇਕਰ ਆਰਐਸਐਸ ਦੇ ਵਿਰੁੱਧ ਗੱਲਾਂ ਕਰ ਰਹੀ ਹੈ ਤਾਂ ਉਹ ਕਿਉਂ ਕਰ ਰਹੀ ਹੈ, ਹੁਣ ਕਿਉਂ ਕਰ ਰਹੀ ਹੈ? ਤੇ ਇਸ ਦੇ ਕਾਰਨ ਉਹਨਾਂ ਨੂੰ ਦੱਸਣੇ ਪੈਣਗੇ, ਸਪਸ਼ਟ ਕਰਨੇ ਪੈਣਗੇ ਕਿ ਇਹ ਦਖਲਅੰਦਾਜ਼ੀ ਦਾ ਆਧਾਰ ਕਿਸ ਨੇ ਦਿੱਤਾ। ਕਿ ਆਰਐਸਐਸ ਆਪਣੇ ਆਪ ਹੀ ਜਿਹੜੀ ਹੈ ਉਹ ਦਖਲਅੰਦਾਜ਼ੀ ਸਿੱਖ ਧਰਮ ਵਿੱਚ ਕਰਨ ਲੱਗ ਪਈ ਤੇ ਸ਼੍ਰੋਮਣੀ ਕਮੇਟੀ ਨੇ ਸਪਸ਼ਟ ਸਟੈਂਡ ਕਿਉਂ ਨਹੀਂ ਲਏ? ਉਸਨੇ ਇਤਿਹਾਸ ਬਾਰੇ ਔਰ ਹੋਰ ਰਹਿਤ ਮਰਿਆਦਾ ਬਾਰੇ ਆਪਣਾ ਸਪਸ਼ਟ ਸਟੈਂਡ ਜਿਹੜਾ ਉਹ ਕਿਉਂ ਨਹੀਂ ਪੇਸ਼ ਕੀਤਾ ਆਰਐਸਐਸ ਦੇ ਵਿਰੁੱਧ?
ਸੋ ਇਸ ਗੱਲ ਦੇ ਲਈ ਦੋਸ਼ੀ ਵੀ ਇਹ ਹੈ। ਜੇਕਰ ਈਸਾਈਕਰਨ ਦਾ ਮੁੱਦਾ ਦੇਖਿਆ ਜਾਵੇ ਤਾਂ ਤੁਸੀਂ ਪੂਰੇ ਮਾਝੇ ਚਲ ਜਾਓ, ਹਰਿਮੰਦਰ ਸਾਹਿਬ ਦੇ 3-3 ਕਿਲੋਮੀਟਰ ਦੂਰ ਸਿੱਖਾਂ ਦਾ ਈਸਾਈਕਰਨ ਬੁਰੀ ਤਰ੍ਹਾਂ ਹੋ ਰਿਹਾ। ਔਰ ਜਿਹੜੀ ਕੌਮ ਦਾ ਜਿਹੜਾ ਦਲਿਤ ਹਿੱਸਾ, ਜਿਹੜੇ ਦਲਿਤਾਂ ਤੋਂ ਬਣੇ ਸਿੱਖ, ਚਾਹੇ ਮਜ਼੍ਹਬੀ ਸਿੱਖ ਨੇ, ਚਾਹੇ ਬਾਲਮੀਕੀਆਂ ਤੋਂ ਬਣੇ ਸਿੱਖ ਨੇ, ਚਾਹੇ ਉਹ ਰਵੀਦਾਸੀਆਂ ਤੋਂ ਸਿੱਖ ਬਣੇ, ਚਾਹੇ ਛੀਂਬੇ ਨੇ, ਚਾਹੇ ਕੁਛ ਨੇ, ਪਰ ਉਹਨਾਂ ਦੀ ਦੇਣ ਸਿੱਖ ਇਤਿਹਾਸ ਵਿੱਚ ਬਹੁਤ ਵੱਡੀ ਹੈ। ਪਰ ਅੱਜ ਉਹੀ ਜਿਹੜੇ ਨੇ ਸਿੱਖਾਂ ਦੀ ਜੋ ਤਾਕਤ ਹੈ, ਵੱਡੀ ਤਾਕਤ ਹੈ, ਉਹੀ ਅੱਜ ਨਿਸ਼ਾਨੇ ਤੇ ਹੈ। ਔਰ ਉਹਨਾਂ ਦਾ ਈਸਾਈਕਰਨ ਪੂਰੀ ਤਰ੍ਹਾਂ ਕੀਤਾ ਜਾ ਰਿਹਾ ਹੈ। ਔਰ ਇਸ ਸੰਬੰਧ ਵਿੱਚ ਸ਼੍ਰੋਮਣੀ ਕਮੇਟੀ ਚੁੱਪ ਹੈ, ਉਹਦਾ ਕੋਈ ਪ੍ਰਚਾਰ ਦੇ ਸਾਧਨ ਨਹੀਂ ਹੈ। ਤੁਸੀਂ ਆਪ ਜਾ ਕੇ ਤੁਸੀਂ ਇਸ ਦਾ ਸਰਵੇਖਣ ਕਰ ਸਕਦੇ ਹੋ ਕਿ ਕਿੰਨੇ ਕੁ ਉਹਨਾਂ ਦੇ ਜਿਹੜੇ ਪ੍ਰਚਾਰਕ ਨੇ ਉਹ ਉੱਥੇ ਪਹੁੰਚ ਰਹੇ ਨੇ, ਜਦ ਕਿ ਈਸਾਈਆਂ ਦੇ ਪ੍ਰਚਾਰਕ ਆਮ ਆ ਰਹੇ ਨੇ, ਉਹਨਾਂ ਨੂੰ ਆਪਣੀਆਂ ਸਭਾਵਾਂ ਵਿੱਚ ਲਿਜਾ ਰਹੇ ਨੇ, ਪਰ ਸ਼੍ਰੋਮਣੀ ਕਮੇਟੀ ਦਾ ਅਜਿਹਾ ਕੋਈ ਉਪਰਾਲਾ ਨਹੀਂ ਹੈ। ਤੇ ਇਸ ਗੱਲ ਨਾਲ ਮੈਂ ਇਹ ਬੀਬੀ ਜਗੀਰ ਕੌਰ ਨੂੰ ਇਹ ਅਪੀਲ ਕਰਾਂਗਾ ਤੁਹਾਡੇ ਜਰੀਏ ਕਿ ਉਹਨਾਂ ਨੂੰ ਇਸ ਬਾਰੇ ਹੁਣ ਸੋਚਣ ਦੀ ਲੋੜ ਹੈ, ਕਿਉਂਕਿ ਉਹਨਾਂ ਵਿੱਚ ਦਲੇਰਾਨਾ ਜਿਹੜੀ ਜਥੇਦਾਰੀ ਵਾਲੇ ਗੁਣ ਵੀ ਨੇ, ਤੇ ਮੈਂ ਉਹਨਾਂ ਨੂੰ ਮੈਂ ਸਮਝਾਂਗਾ ਕਿ ਉਹ ਇਸ ਵੱਲ ਵਧੀਆ ਯਤਨ ਵੀ ਕਰ ਸਕਦੇ ਨੇ, ਤੇ ਇਸ ਗੱਲ ਦੀ ਲੋੜ ਵੀ ਹੈ। ਔਰ ਇਸ ਦਾ ਜਿਹੜਾ ਅਕਾਲੀ ਦਲ ਨੂੰ ਵੀ ਲਾਭ ਮਿਲ ਸਕਦਾ ਹੈ ਜੇਕਰ ਹੁਣ ਤੋਂ ਉਹ ਚੰਗੇ ਯਤਨ ਕਰਨ ਔਰ ਅਕਾਲ ਤਖਤ ਸਾਹਿਬ ਦੀ ਖੁਦ ਮੁਖਤਿਆਰੀ ਨੂੰ ਜਿਹੜਾ ਉਹ ਪੇਸ਼ ਕਰਨ। ਉਹ ਕਿਸੇ ਨਾ ਕਿਸੇ ਤਰ੍ਹਾਂ ਇਹੋ ਜਿਹੇ ਨਿਯਮ ਜਿਹੜੇ ਬਣਾਉਣ ਦੀ ਲੋੜ ਹੈ, ਜਿਹਦੇ ਕਰਕੇ ਜਿਹੜਾ ਸਿੱਖ ਪੰਥ ਹੈ ਉਹ ਅਕਾਲ ਤਖਤ ਤੋਂ ਨਿਰਾਸ਼ ਨਾ ਹੋਵੇ। ਕਿਉਂਕਿ ਕਿਸੇ ਵੇਲੇ ਜੇਕਰ ਇਹੋ ਕੁਝ ਚੱਲਦਾ ਰਿਹਾ ਕਿ ਤਾਂ ਅਕਾਲ ਤਖਤ ਤੇ ਵਿਸ਼ਵਾਸ ਸਿੱਖਾਂ ਦਾ ਉੱਡ ਹੀ ਜਾਣਾ ਹੈ। ਅੱਜ ਵੀ ਉੱਡਿਆ ਪਿਆ ਹੈ ਇਸ ਗੱਲ ਕਰਕੇ ਕਿ ਅਕਾਲ ਤਖਤ ਤੇ ਜੋ ਫੈਸਲੇ ਹੁੰਦੇ ਨੇ ਉਹ ਬਾਦਲ ਅਕਾਲੀ ਦਲ ਦੇ ਕਾਰਨ ਹੀ ਹੁੰਦੇ ਨੇ, ਉੱਥੇ ਕੋਈ ਜਿਹੜੀ ਹੈ ਸੱਚਾਈ ਪ੍ਰਗਟ ਨਹੀਂ ਹੋ ਸਕਦੀ। ਸ਼ੁਕਰੀਆ ਪ੍ਰੋਫੈਸਰ ਸਾਹਿਬ, ਧੰਨਵਾਦ ਸਾਨੂੰ ਸਮਾਂ ਦੇਣ ਲਈ। ਸੋ ਮੇਰੇ ਨਾਲ ਮੌਜੂਦ ਸਨ ਉੱਘੇ ਸਿੱਖ ਵਿਦਵਾਨ ਪ੍ਰੋਫੈਸਰ ਬਲਵਿੰਦਰਪਾਲ ਸਿੰਘ। ਗੱਲਬਾਤ ਅਸੀਂ ਕੀਤੀ ਹੈ ਸ੍ਰੀ ਅਕਾਲ ਤਖਤ ਸਾਹਿਬ ਤੇ ਜਿਹੜੇ ਖੁਦ ਮੁਖਤਿਆਰੀ ਤੇ ਆਜ਼ਾਦੀ ਦਾ ਮਸਲਾ ਹੈ ਕਿ ਹੁਣ ਤੱਕ ਕਿਉਂ ਨਹੀਂ ਸਿਆਸੀ ਗਲਬੇ ਤੋਂ ਮੁਕਤ ਹੋ ਸਕਿਆ ਤੇ ਅੱਗੇ ਭਵਿੱਖ ਕੀ ਹੈ। ਗਲਤੀਆਂ ਬਹੁਤ ਨੇ, ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਲੈ ਕੇ ਵੀ ਲੋਕ ਸਵਾਲ ਚੁੱਕਦੇ ਨੇ ਕਿ ਆਖਿਰਕਾਰ ਕਿਉਂ ਲੋਕ ਜਿਹੜੇ ਨੇ ਉਹ ਗੁਰਬਤ ਦੇ ਵਿੱਚ ਨੇ, ਖਾਸ ਕਰ ਸਿੱਖ ਕੌਮ ਦੇ, ਉਹਨਾਂ ਨੂੰ ਸੰਭਾਲਿਆ ਕਿਉਂ ਨਹੀਂ ਗਿਆ। ਪ੍ਰਚਾਰ ਦਾ ਪ੍ਰਸਾਰ ਜਿਹੜਾ ਉਹ ਬਹੁਤਾ ਕਿਉਂ ਨਹੀਂ ਕੀਤਾ ਗਿਆ, ਜਦੋਂ ਅਰਬਾਂ ਤੇ ਕਰੋੜਾਂ ਦਾ ਬਜਟ ਹਰ ਸਾਲ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਿਖਾਉਂਦੀ ਹੈ ਤੇ ਉਹ ਸਵਾਲਾਂ ਦੇ ਵਿੱਚ ਆਉਣੀ ਲਾਜ਼ਮੀ ਹੈ। ਤੁਸੀਂ ਆਪਣੇ ਵਿਚਾਰ ਕਮੈਂਟ ਜ਼ਰੂਰ ਕਰਿਓ। ਪੰਜਾਬਿਸਤਾਨ ਟੀਵੀ ਨੂੰ ਸਬਸਕ੍ਰਾਈਬ ਕਰੋ। ਮੈਨੂੰ ਇਜਾਜ਼ਤ ਦਿਓ। ਧੰਨਵਾਦ।